ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਤੁਹਾਡਾ ਦੋਸਤ ਗੋਬਿੰਦਜੀਤ ਸਿੰਘ ਤੇ ਅੱਜ ਇੱਕ ਵਾਰੀ ਫਿਰ ਤੋਂ ਹੁਸ਼ਿਆਰਪੁਰ ਸਮਾਚਾਰ ਪੇਜ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਰੂਬਰੂ ਹੋਣ ਦਾ ਸਬੱਬ ਬਣਿਆ, ਮੌਕਾ ਮਿਲਿਆ। ਖਬਰਾਂ ਦੇ ਵਿਸ਼ਾਲ ਸੰਸਾਰ ਤੋਂ ਥੋੜ੍ਹਾ ਜਿਹਾ ਹਟ ਕੇ ਅੱਜ ਸੋਚਿਆ ਕਿ ਗੱਲ ਕਰੀਏ ਸਿਹਤ ਦੀ, ਕਿਉਂਕਿ ਕਿਹਾ ਜਾਂਦਾ ਹੈ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਹਰਜਿੰਦਰ ਸਿੰਘ ਓਬਰਾਏ। ਸ਼ਹਿਰ ਦੀ ਪਛਾਣ ਨੇ, ਸਾਰੇ ਲੋਕ ਲਗਭਗ ਇਹਨਾਂ ਨੂੰ ਜਾਣਦੇ ਨੇ, ਜਾਣੂ ਨੇ। ਦਵਾਈਆਂ ਲੈਣ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਆਉਂਦੇ ਹੋਣਗੇ, ਪਰ ਦਵਾਈ ਲੈ ਕੇ ਕਿਹੋ ਜਿਹਾ ਲੋਕਾਂ ਨੂੰ ਮਹਿਸੂਸ ਹੁੰਦਾ ਹੈ, ਹੋਮਿਓਪੈਥੀ ਕਿਹੋ ਜਿਹੀ ਪ੍ਰਣਾਲੀ ਹੈ ਇਲਾਜ ਦੀ, ਕਦੋਂ ਤੋਂ ਇਸ ਦੀ ਸ਼ੁਰੂਆਤ ਹੋਈ, ਇਸ ਦੇ ਨਫੇ ਕੀ ਨੇ, ਨੁਕਸਾਨ ਕੀ ਨੇ, ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਜਾਣਾਂਗੇ। ਤੇ ਨਾਲ ਦੀ ਨਾਲ ਇੱਕ ਮਿਸ਼ਨ ਜਿਹੜਾ ਹੈਗਾ ਇਹਨਾਂ ਨੇ ਸ਼ੁਰੂ ਕੀਤਾ ਹੈ ਕੁਦਰਤ ਨੂੰ ਲੈ ਕੇ, ਮਿਸ਼ਨ K3 ਕੁਦਰਤ ਦਾ ਕਾਰਵਾਂ, ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਮਿਸ਼ਨ ਕੀ ਹੈ ਕੁਦਰਤ ਦਾ ਕਾਰਵਾਂ, ਕਿਹੋ ਜਿਹੇ ਇਹਨਾਂ ਨੇ ਪਲਾਨ ਕੀਤੇ ਹੋਏ ਨੇ, ਫਿਊਚਰ ਦੇ ਵਿੱਚ ਕੀ ਪਲਾਨਸ ਨੇ, ਇਹ ਕੀ ਕਰਦੇ ਨੇ, ਕਿਹੜੇ ਕੰਮ ਜਿਹੜੇ ਕੁਦਰਤ ਦੇ ਲਈ ਕਰਦੇ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਡਾਕਟਰ ਹਰਜਿੰਦਰ ਸਿੰਘ ਓਬਰਾਏ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਤੋ ਬਹੁਤ ਹੀ ਧੰਨਵਾਦ ਹੈ ਕਿ ਮੈਨੂੰ ਅੱਜ ਮੌਕਾ ਮਿਲਿਆ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ। ਤੋ ਅੱਜ ਜਿਹੜੀ ਹੈਲਥ ਹੈ ਲੋਕਾਂ ਦੀ ਬਹੁਤ ਹੀ ਖਰਾਬ ਹੋ ਚੁੱਕੀ ਹੈ, ਚਾਹੇ ਅਸੀਂ ਸਰੀਰਕ ਹੈਲਥ ਲੈ ਲਈਏ, ਮਾਨਸਿਕ ਲੈ ਲਈਏ ਜਾਂ ਸੋਸ਼ਲ ਲੈ ਲਈਏ। ਔਰ ਉਹਦੇ ਬਹੁਤ ਸਾਰੇ ਕਾਰਨ ਹੈਗੇ ਸਾਡੇ ਰਹਿਣ ਸਹਿਣ ਦੇ ਵਿੱਚ, ਸਾਡੇ ਖਾਣ ਪੀਣ ਦੇ ਵਿੱਚ। ਉਹਨਾਂ ਸਾਰੇ ਬਾਰੇ ਅਸੀਂ ਵਾਰੀ ਵਿਚਾਰ ਕਰਦੇ ਹਾਂ ਜੀ। ਜੀ ਡਾਕਟਰ ਸਾਹਿਬ, ਇੱਕ ਮਿਸ਼ਨ ਕੁਦਰਤ ਦਾ ਕਾਰਵਾਂ ਜਿਹੜਾ ਤੁਹਾਡਾ, ਇਹਦੇ ਬਾਰੇ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ। ਜ਼ਰੂਰੀ ਹੈ ਅੱਜ ਕੁਦਰਤ ਦੇ ਨਾਲ ਜੁੜਨਾ, ਨੇਚਰ ਦੇ ਨਾਲ ਜੁੜਨਾ। ਫੇਸਬੁੱਕ ਉੱਤੇ ਕਿਉਂਕਿ ਦਰਖਤ ਬਹੁਤ ਲੱਗ ਜਾਂਦੇ ਨੇ ਹਰ ਸਾਲ, ਲੋਕ ਫੇਸਬੁੱਕ ਉੱਤੇ ਸ਼ਾਇਦ ਸੈਂਕੜੇ, ਹਜ਼ਾਰਾਂ ਨਹੀਂ ਲੱਖਾਂ ਦਰਖਤ ਜਿਹੜੇ ਫੇਸਬੁੱਕ 'ਤੇ ਲੱਗ ਜਾਂਦੇ ਨੇ। ਜ਼ਮੀਨ 'ਤੇ ਜਿਹੜੇ ਨੇ ਵਾਤਾਵਰਨ ਪ੍ਰੇਮੀ ਜਿਹੜੇ ਜ਼ਰੂਰ ਲਾਉਂਦੇ ਨੇ, ਪਰ ਉਹਨਾਂ ਦੀ ਤਾਦਾਦ ਗਿਣਤੀ ਬਹੁਤ ਘੱਟ ਹੈ, ਜਿਹਦੇ ਕਰਕੇ ਗਲੋਬਲ ਵਾਰਮਿੰਗ ਵੱਧ ਰਹੀ ਹੈ, ਜਿਹਦੇ ਕਰਕੇ ਗਰਮੀ ਵੱਧ ਰਹੀ ਹੈ। ਐਤਕੀ ਸਾਰਿਆਂ ਨੇ ਦੇਖਿਆ ਕਿ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਗਰਮੀ ਨੇ ਰਿਕਾਰਡ ਤੋੜੇ। ਉੱਥੇ ਪੱਖਿਆਂ ਦੀ ਜਿਹੜੀ ਡਿਮਾਂਡ ਨਹੀਂ ਸੀ, ਪਰੰਤੂ ਇੰਨੀ ਗਰਮੀ ਹੋ ਗਈ ਕਿ ਪੱਖੇ ਨਹੀਂ ਮਿਲ ਰਹੇ ਸੀਗੇ ਕੈਨੇਡਾ ਦੇ ਵਿੱਚ। ਸੋ ਡਾਕਟਰ ਸਾਹਿਬ, ਪਹਿਲਾਂ ਮਿਸ਼ਨ ਕੁਦਰਤ ਦਾ ਕਾਰਵਾਂ ਜਿਹੜਾ, ਉੱਤੇ ਗੱਲਬਾਤ ਕਰੀਏ। ਇਹ ਕੁਦਰਤ ਦਾ ਕਾਰਵਾਂ ਸਾਨੂੰ ਇਸ ਲਈ ਸ਼ੁਰੂ ਕਰਨਾ ਪਿਆ ਕਿਉਂਕਿ ਕੁਦਰਤ ਦੇ ਨਾਲ ਅਸਲੀਅਤ ਦੇ ਵਿੱਚ ਲੋਕਾਂ ਦਾ ਜਿਹੜਾ ਅਟੈਚਮੈਂਟ ਬਿਲਕੁਲ ਨਹੀਂ ਹੈਗੀ, ਸਿਰਫ ਵਿਖਾਵੇ ਦੇ ਲਈ ਹੈਗਾ। ਟਾਈਮ ਆਉਂਦਾ ਜਿਸ ਵੇਲੇ ਬਰਸਾਤਾਂ ਦਾ, ਉਸ ਵੇਲੇ ਲੋਕ ਜਿਹੜੇ ਆ ਪਲਾਂਟ ਵਗੈਰਾ ਲਗਾਉਂਦੇ ਆ, ਔਰ ਉਹ ਪਲਾਂਟ ਜਿਹੜੇ ਆ ਉਹਨਾਂ ਦਾ ਫਿਰ ਕੀ ਬਣਦਾ ਦੁਬਾਰਾ ਕੋਈ ਨਹੀਂ ਦੇਖਦਾ। ਅਤੇ ਅਸੀਂ ਜਿਹੜਾ ਇਹ ਸ਼ੁਰੂ ਕੀਤਾ ਵੀ ਅਸੀਂ ਜੇ ਪਲਾਂਟ ਲਗਾਉਣੇ ਆ ਤਾਂ ਉਹਦੀ ਪੂਰੀ ਦੇਖਭਾਲ ਕੀਤੀ ਜਾਏਗੀ। ਪਿਛਲੇ ਦਿਨਾਂ ਦੇ ਵਿੱਚ ਅਸੀਂ ਪਲਾਂਟ ਲਗਾਏ ਆ ਜਿੰਨੇ ਵੀ, ਔਰ ਉਹਨਾਂ ਦੇ ਵਿੱਚੋਂ 10 ਦੇ ਕਰੀਬ ਸਾਡੇ ਪਲਾਂਟ ਜਿਹੜੇ ਆ ਉਹਨਾਂ ਨੂੰ ਬਿਮਾਰੀ ਲੱਗ ਗਈ ਆ ਅਤੇ ਉਹ ਖਤਮ ਹੋ ਗਏ, ਡੈੱਡ ਹੋ ਗਏ। ਔਰ ਉਹਨਾਂ ਦੀ ਜਗ੍ਹਾ ਫਿਰ ਅਸੀਂ ਨਵੇਂ ਪਲਾਂਟ ਲਗਾਏ ਆ, ਔਰ ਉਹ ਫਿਰ ਡਾਕਟਰ ਨੇ ਡਾਇਗਨੋਜ਼ ਕੀਤਾ ਕਿਹੜੀ ਬਿਮਾਰੀ ਆ ਅਤੇ ਕਿਹੜੀ ਸਪਰੇਅ ਦੀ ਲੋੜ ਹੈ, ਔਰ ਉਹਦੇ ਮੁਤਾਬਕ ਅਸੀਂ ਜਿਹੜਾ ਕਰ ਰਹੇ ਹਾਂ। ਔਰ ਸਾਰੇ ਹੀ ਜਿਹੜੇ ਆ ਉਹਨਾਂ ਦੇ ਟਰੀ ਗਾਰਡ ਲਗਾ ਕੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਹੋਇਆ ਤਾਂ ਕਿ ਕੋਈ ਜਾਨਵਰ ਵਗੈਰਾ ਉਹਨੂੰ ਖਾ ਨਾ ਸਕੇ। ਔਰ ਪਰਿਵਾਰਾਂ ਦੇ ਮੈਂਬਰ ਤੱਕ ਜਾ ਕੇ ਉਹਨਾਂ ਨੂੰ ਪਾਣੀ ਦੇਣਾ, ਉਹਨਾਂ ਦੀ ਗੋਡੀ ਕਰਨੀ, ਸੇਵਾ ਸੰਭਾਲ ਕਰਨੀ। ਔਰ ਰੋਜ਼ਾਨਾ ਹੀ ਕੋਈ ਨਾ ਕੋਈ ਮੈਂਬਰ ਜਿਹੜਾ ਉੱਥੇ ਤੁਰਿਆ ਰਹਿੰਦਾ, ਤਾਂ ਉੱਥੇ ਇੱਕ ਮੌਜੂਦ ਜਿਹੜਾ ਹਰ ਵੇਲੇ 24 ਘੰਟੇ ਰਹਿਣ ਵਾਲਾ ਇੱਕ ਸੇਵਕ ਵੀ ਰੱਖਿਆ ਹੋਇਆ ਜਿਹੜਾ ਉੱਥੇ ਹੀ ਰਹਿੰਦਾ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਪਲਾਂਟੇਸ਼ਨ ਕਰ ਰਹੇ ਹਾਂ। ਉਹਦੇ ਨਾਲ ਦੇ ਨਾਲ ਹੀ ਅਸੀਂ ਇੱਕ ਜਗ੍ਹਾ ਲਈ ਆ ਜਿਸ ਦੇ ਉੱਤੇ ਅਸੀਂ ਇੱਕ ਹਾਲ ਬਣਾਵਾਂਗੇ। ਉਸ ਹਾਲ ਦੇ ਵਿੱਚ ਆਪਾਂ ਗਿਆਨ ਸਭਾ ਲਗਾਇਆ ਕਰਾਂਗੇ। ਗਿਆਨ ਸਭਾ ਦੇ ਵਿੱਚ ਅਸੀਂ ਲੋਕਾਂ ਨੂੰ ਕੁਦਰਤ ਨਾਲ ਜੋੜਨੇ ਦੀ ਗੱਲ ਕਰਾਂਗੇ ਵੀ ਕੁਦਰਤ ਸਾਡੇ ਲਈ ਬਹੁਤ ਜ਼ਰੂਰੀ ਆ, ਪਲਾਂਟਸ ਸਾਡੇ ਲਈ ਬਹੁਤ ਜ਼ਰੂਰੀ ਆ। ਔਰ ਉਹ ਪਲਾਂਟਸ ਹੋਣਗੇ ਤਾਂ ਉਹਨਾਂ ਦੇ ਉੱਤੇ ਫਿਰ ਜਿਹੜੇ ਪੰਛੀ ਹੋਣਗੇ, ਕਿਉਂਕਿ ਪੰਛੀ ਵੀ ਸਾਡੇ ਵਿੱਚ ਦਿਨੋਂ ਦਿਨ ਘਟਦੇ ਜਾ ਰਹੇ। ਬਹੁਤ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਖਤਮ ਹੋ ਗਈਆਂ, ਉਹਨਾਂ ਨੂੰ ਬਚਾਉਣ ਦੀ ਵੀ ਬਹੁਤ ਲੋੜ ਹੈ। ਉਹਦੇ ਲਈ ਅਸੀਂ ਕੰਮ ਕਰਾਂਗੇ। ਔਰ ਸਾਡੇ ਜਿਹੜਾ ਪਰਿਵਾਰ ਹੈਗੇ ਆ, ਪਰਿਵਾਰਾਂ ਦੇ ਵਿੱਚ ਜਿਹੜਾ ਅੱਜ ਆਪਸੀ ਮੇਲ ਮਿਲਾਪ ਬਹੁਤ ਘਟ ਗਿਆ, ਔਰ ਉਹਦੇ ਲਈ ਔਰ ਮਾਨਸਿਕ ਪਰੇਸ਼ਾਨੀਆਂ ਜਿਹੜੀਆਂ ਬਹੁਤ ਵੱਧ ਗਈਆਂ। ਬਹੁਤ ਸਾਰੀਆਂ ਬਿਮਾਰੀਆਂ ਨੇ ਸਾਨੂੰ ਘੇਰਿਆ ਹੋਇਆ। ਔਰ ਬੱਚੇ ਜਿਹੜੇ ਸਾਡੇ ਮੋਬਾਈਲ ਅਤੇ TV ਦੇ ਉੱਤੇ ਲੱਗੇ ਹੋਏ ਆ, ਅਸੀਂ ਉਹਦੇ ਲਈ ਅਲੱਗ-ਅਲੱਗ ਟੈਕਨੀਕ ਦੇ ਨਾਲ ਬੱਚਿਆਂ ਨੂੰ ਮੋਬਾਈਲ TV ਤੋਂ ਛਡਾਵਾਂਗੇ ਔਰ ਉਹਨਾਂ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਬਣਾਉਣ ਦੇ ਲਈ ਕੰਮ ਕਰਾਂਗੇ। ਔਰ ਉੱਥੇ ਨਾਲ ਦੇ ਨਾਲ ਲੋਕਾਂ ਦੇ ਮਨੋਰੰਜਨ ਲਈ ਕੋਈ ਨਾ ਕੋਈ ਮਿਊਜ਼ਿਕ ਦੇ ਸੱਜਣ ਜਿਹੜੇ ਹੈਗੇ ਆ, ਉਹ ਸਾਨੂੰ ਸਮਾਂ ਦੇਣਗੇ ਅਤੇ ਉਹ ਵੀ ਉੱਥੇ ਜਾਇਆ ਕਰਨਗੇ। ਤਾਂ ਇਸ ਤਰੀਕੇ ਨਾਲ ਸਾਡਾ ਜਿਹੜਾ ਇਹ ਕੁਦਰਤ ਦਾ ਕਾਰਵਾਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ। ਜੀ ਤੁਸੀਂ ਕੁਦਰਤ ਦਾ ਕਾਰਵਾਂ ਬਾਰੇ ਦੱਸਿਆ ਕਿ ਕਿਵੇਂ ਕੁਦਰਤ ਦੇ ਨਾਲ ਜਿਹੜਾ
ਜੁੜੇ ਹੋ ਤੁਸੀਂ ਤੇ ਲੋਕਾਂ ਨੂੰ ਵੀ ਜੁੜਨ ਦੇ ਲਈ ਪ੍ਰੇਰਿਤ ਕਰ ਰਹੇ ਹੋ। ਚੰਗੀ ਗੱਲ ਹੈ, ਚੰਗਾ ਸੁਨੇਹਾ ਹੈ। ਅੱਜ ਲੋੜ ਹੈ, ਇਹ ਸਮੇਂ ਦੀ ਮੰਗ ਹੈ। ਔਰ ਨਾਰਾ ਵੀ ਜਿਹੜਾ ਜੈ ਪ੍ਰਕਿਰਤੀ ਜੈ ਭਾਰਤ ਦਾ ਇੱਕ ਨਵਾਂ ਨਾਰਾ ਜਿਹੜਾ ਬਿਲਕੁਲ ਯੂਨੀਕ ਆਈਡੀਆ ਕਨਸੈਪਟ ਤੁਸੀਂ ਲੈ ਕੇ ਆਏ ਹੋ। ਡਾਕਟਰ ਸਾਹਿਬ ਨਾਲ ਦੀ ਨਾਲ ਹੁਣ ਗੱਲਬਾਤ ਕਰਦੇ ਹਾਂ। ਬਿਮਾਰੀਆਂ ਜਿਹੜੀਆਂ ਆ ਹਰ ਘਰ ਦੇ ਵਿੱਚ ਵੜ ਗਈਆਂ। ਅੱਜ ਕੋਈ ਵੀ ਇਹ ਬਿਮਾਰੀਆਂ ਤੋਂ ਜਿਹੜਾ ਉਹ ਬਚ ਨਹੀਂ ਪਾ ਰਿਹਾ। ਜੇ ਕੋਈ ਤੰਦਰੁਸਤ ਵੀ ਸਮਝਦਾ ਹੈ ਬੰਦਾ, ਉਹ ਵੀ ਜੇ ਟੈਸਟ ਕਰਵਾ ਲਵੇ, ਸਕੈਨ ਕਰਵਾ ਲਵੇ, ਛੋਟੇ ਮੋਟੇ ਜਿਹੜੇ ਟੈਸਟ ਆ ਜਦੋਂ ਸ਼ੁਰੂਆਤ ਹੋ ਜਾਵੇ ਤਾਂ ਉਹਦੇ ਵਿੱਚ ਕੁਝ ਨਾ ਕੁਝ ਗੜਬੜ ਆ ਜਾਂਦੀ ਹੈ। ਕੀ ਸਮਝਦੇ ਹੋ ਕਿ ਲੋਕਾਂ ਦਾ ਖਾਣ ਪੀਣ ਜਿਹੜਾ ਆ ਉੱਥੋਂ ਸ਼ੁਰੂਆਤ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ? ਕਿਸ ਤਰ੍ਹਾਂ ਲੋਕ ਸਿਹਤਮੰਦ ਰਹਿ ਸਕਦੇ ਆ ਤੇ ਆਖਰ ਬਿਮਾਰ ਹੋ ਕਿਉਂ ਰਹੇ ਨੇ? ਜਿਵੇਂ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਸਾਡਾ ਜਿਹੜਾ ਰਹਿਣ ਸਹਿਣ ਆ ਔਰ ਖਾਣ ਪੀਣ ਆ ਇਹ ਜ਼ਿੰਮੇਵਾਰ ਹੈਗਾ ਅੱਜ ਦੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲੱਗੀਆਂ ਹੋਈਆਂ। ਖਾਣ ਪੀਣ ਜਿਹੜਾ ਪਹਿਲਾਂ ਨਾਲੋਂ ਬਹੁਤ ਚੇਂਜ ਹੋ ਗਿਆ ਔਰ ਬਹੁਤ ਸਾਰੀਆਂ ਮੈਦੇ ਵਾਲੀਆਂ ਚੀਜ਼ਾਂ, ਬਹੁਤ ਸਾਰੀਆਂ ਫਰਾਈਡ ਚੀਜ਼ਾਂ, ਫਾਸਟ ਫੂਡ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਖਾਣ ਦੇ ਵਿੱਚ ਇੰਟਰਸਟ ਲੋਕਾਂ ਦਾ ਵੱਧ ਗਿਆ, ਜਿਹੜੀਆਂ ਕਿ ਆਖਰ ਸਾਡੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੀਆਂ। ਅਤੇ ਉਹਦੇ ਇਲਾਵਾ ਜਿਹੜੇ ਪਹਿਲਾਂ ਅਸੀਂ ਫਲ ਫਰੂਟ ਖਾਂਦੇ ਸੀਗੇ ਜਾਂ ਆਲੂ ਭੁੰਨ ਕੇ ਖਾ ਲੈਣੇ ਆ, ਸ਼ਕਰਕੰਦੀ ਭੁੰਨ ਕੇ ਖਾ ਲੈਣੀ ਆ, ਅਤੇ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਜੀਵਨ 'ਚੋਂ ਨਿਕਲਦੀਆਂ ਜਾ ਰਹੀਆਂ, ਯਤਨ ਕਰੀਏ ਉਹਨਾਂ ਨੂੰ ਪਕੜਨੇ ਦਾ। ਅਤੇ ਅਸੀਂ ਆਪਣੇ ਘਰ ਦੇ ਵਿੱਚ ਹੀ ਕੋਈ ਨਾ ਕੋਈ ਐਸਾ ਕੋਈ ਚੀਜ਼ਾਂ ਤਿਆਰ ਕਰਿਆ ਕਰੀਏ ਤਾਂ ਕਿ ਬੱਚਿਆਂ ਦਾ ਇੰਟਰਸਟ ਜਿਹੜਾ ਉੱਧਰਲੇ ਪਾਸੇ ਜਾਵੇ। ਔਰ ਉਸ ਦੇ ਨਾਲ ਹੀ ਨਾਲ ਜਿਹੜਾ ਸਾਡਾ ਇਸ ਵੇਲੇ ਸੋਸ਼ਲ ਹੈਲਥ ਬਹੁਤ ਖਰਾਬ ਹੋ ਗਈ ਹੈ। ਕੁਛ ਤਾਂ ਕੋਵਿਡ ਦੇ ਕਾਰਨ ਹੋਈ ਹੈ, ਪਰ ਉਸ ਤੋਂ ਪਹਿਲਾਂ ਜਿਹੜੀ ਹੈ ਜ਼ਿਆਦਾ ਖਰਾਬ ਹੋ ਚੁੱਕੀ ਹੈ। ਉਹ ਕਿਉਂਕਿ ਸਾਡੇ ਪਹਿਲਾਂ ਕੰਪਾਊਂਡ ਸੰਯੁਕਤ ਪਰਿਵਾਰ ਸੀਗੇ ਅਤੇ ਅੱਜ ਜਿਹੜਾ ਨਿਊਕਲੀਅਰ ਫੈਮਲੀਆਂ ਇਕੱਲੇ ਇਕੱਲੇ ਪਰਿਵਾਰ ਹੋ ਗਏ ਆ, ਉਹਦੇ ਵਿੱਚ ਜਿਹੜਾ ਬੱਚਿਆਂ ਨੂੰ ਵੀ ਬੜੀ ਪ੍ਰੋਬਲਮ ਆਉਂਦੀ ਆ। ਖਾਸ ਤੌਰ 'ਤੇ ਜਿਨ੍ਹਾਂ ਦਾ ਇੱਕ ਬੱਚਾ ਔਰ ਉਹਨੂੰ ਤਾਂ ਬਹੁਤ ਪ੍ਰੋਬਲਮ ਆਉਂਦੀ ਆ। ਉਹ ਮਾਨਸਿਕ ਤੌਰ 'ਤੇ ਡਿਸਟਰਬ ਹੋ ਜਾਂਦਾ ਔਰ ਪਰਿਵਾਰ ਨੂੰ ਪਤਾ ਨਹੀਂ ਲੱਗਦਾ। ਉਹਨੂੰ ਕੋਈ ਨਾ ਕੋਈ ਫਿਜ਼ੀਕਲ ਬਿਮਾਰੀ ਲੱਗ ਜਾਂਦੀ ਆ। ਉਹ ਬਿਮਾਰੀ ਲੈ ਕੇ ਉਹ ਇੱਧਰ ਉੱਧਰ ਡਾਕਟਰਾਂ ਕੋਲ ਤੁਰੇ ਫਿਰਦੇ ਆ, ਜਦ ਕਿ ਮੁੱਖ ਕਾਰਨ ਇਹ ਹੁੰਦਾ ਵੀ ਉਹਦੇ ਨਾਲ ਖੇਡਣ ਨੂੰ ਕੋਈ ਘਰ ਦੇ ਵਿੱਚ ਬੱਚਾ ਨਹੀਂ ਹੈਗਾ। ਅਤੇ ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣ ਕਰਕੇ ਬੇਸ਼ੱਕ ਬਜ਼ੁਰਗ ਹੈਗੇ ਆ, ਬੇਸ਼ੱਕ ਬੱਚੇ ਹੈਗੇ ਆ, ਅਕਾਲਤਾ ਦਾ ਸ਼ਿਕਾਰ ਹੋ ਕੇ ਬਹੁਤ ਸਾਰੇ ਲੋਕ ਜਿਹੜੇ ਅੱਜ ਬਿਮਾਰ ਆ। ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਕੈਨੇਡਾ, ਅਮਰੀਕਾ ਅਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਗਏ ਆ। ਬਹੁਤ ਸਾਰੇ ਲੇਡੀਜ਼ ਦੇ ਹਸਬੈਂਡ ਜਿਹੜੇ ਕਾਰੋਬਾਰ ਦੇ ਸੰਬੰਧ ਦੇ ਵਿੱਚ ਬਾਹਰ ਗਏ ਹੋਏ ਆ, ਉਹ ਇੱਥੇ ਇਕੱਲੀਆਂ ਰਹਿ ਰਹੀਆਂ ਅਤੇ ਉਹਨਾਂ ਸਾਰਿਆਂ ਨੂੰ ਅਕਾਲਤਾ ਦਾ ਸ਼ਿਕਾਰ ਹੋ ਕੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਅੱਜ ਉਹ ਲੱਗ ਰਹੀਆਂ। ਔਰ ਜਿਨ੍ਹਾਂ ਦਾ ਕਾਰਨ ਜਿਹੜਾ ਆ ਉਹ ਸਮਝ ਨਹੀਂ ਆਉਂਦਾ ਲੋਕਾਂ ਨੂੰ ਕੀ ਹੈ। ਅਤੇ ਉਹ ਸਮਝਦੇ ਆ ਵੀ ਸਾਡੇ ਕੋਲ ਤਾਂ ਕਿਸੇ ਗੱਲ ਦੀ ਕਮੀ ਨਹੀਂ ਆ, ਸਾਡੇ ਕੋਲ ਗੱਡੀਆਂ ਵਧੀਆ, ਸਾਡੇ ਕੋਲ ਕੋਠੀਆਂ ਵਧੀਆ, ਅਸੀਂ ਕਿਸੇ ਦਾ ਕਰਜ਼ਾ ਨਹੀਂ ਦੇਣਾ, ਸਾਨੂੰ ਟੈਨਸ਼ਨ ਕਿੱਥੋਂ ਹੋਣੀ ਹੈ। ਜਦ ਕਿ ਉਹ ਟੈਨਸ਼ਨ ਦੀ ਨਹੀਂ ਗੱਲ ਹੁੰਦੀ। ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਜੇਕਰ ਤੁਸੀਂ ਇਕੱਲੇ ਬੈਠੇ ਆ ਕੋਠੀ ਦੇ ਵਿੱਚ, ਛੱਤ ਦੇਖੀ ਜਾਂਦੇ, ਡਾਊਨ ਸੀਲਿੰਗ ਦੇਖੀ ਜਾਂਦੇ ਆ, ਅਤੇ ਹੋਰ ਤੁਹਾਡੇ ਕੋਲ ਕਰਨੇ ਨੂੰ ਕੁਛ ਹੈ ਨਹੀਂ ਆ, ਤਾਂ ਫਿਰ ਬਿਮਾਰੀ ਦਾ ਸ਼ਿਕਾਰ ਬੰਦਾ ਹੋ ਜਾਂਦਾ। ਡਾਕਟਰ ਸਾਹਿਬ ਅਜਿਹੇ ਮਰੀਜ਼ ਵੀ ਆਉਂਦੇ ਹੋਣਗੇ ਜਿਹੜੇ ਕਿ ਮੁਹੱਲਿਆਂ ਦੇ ਵਿੱਚ ਪੌਸ਼ ਕਲੋਨੀਆਂ ਦੇ ਵਿੱਚ ਰਹਿੰਦੇ ਨੇ, ਨਾਮਵਰ ਜਿਹੜੇ ਕਲੋਨੀਜ਼ ਦੇ ਵਿੱਚ ਰਹਿੰਦੇ ਨੇ, ਮੁਹੱਲਿਆਂ ਦੇ ਵਿੱਚ ਰਹਿੰਦੇ ਨੇ, ਮਹਿੰਗੀਆਂ ਵੱਡੀਆਂ ਕੋਠੀਆਂ ਜਿਹੜੀਆਂ ਆ ਲੋਕਾਂ ਨੇ ਪਾਈਆਂ ਹੋਈਆਂ ਨੇ। ਅਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ ਕਿ ਬੱਚੇ ਬਾਹਰ ਚਲੇ ਜਾਂਦੇ ਨੇ ਜਾਂ ਕਿਸੇ ਲੇਡੀ ਦਾ ਜਿਹੜਾ ਹਸਬੈਂਡ ਬਾਹਰ ਹੁੰਦਾ ਤਾਂ ਉਹ ਵੀ ਬਾਹਰੋਂ ਇਹੀ ਗੱਲ ਨੂੰ ਹੀ ਫੋਰਸ ਕਰਦੇ ਆ ਵੀ ਅਸੀਂ ਤੁਹਾਨੂੰ ਹਰ ਚੀਜ਼ ਦੇ ਰਹੇ ਹਾਂ, ਹਰ ਚੀਜ਼ ਭੇਜ ਰਹੇ ਹਾਂ, ਪੈਸਾ ਭੇਜ ਰਹੇ ਹਾਂ, ਚੀਜ਼ਾਂ ਗਿਫਟ ਭੇਜ ਰਹੇ ਹਾਂ, ਇਲੈਕਟ੍ਰੋਨਿਕ ਅਪਲਾਇੰਸਿਸ ਜਿਹੜੇ ਭੇਜ ਰਹੇ ਹਾਂ, ਮੋਬਾਈਲ ਭੇਜ ਰਹੇ ਹਾਂ, ਤੁਸੀਂ ਫਿਰ ਬਾਹਰ ਕਿਉਂ ਜਾਂਦੇ, ਘਰੇ ਹੀ ਰਹੋ, ਘਰ ਦੇ ਅੰਦਰ ਰਹੋ, ਹਰ ਸਹੂਲਤ ਅੰਦਰ ਲੱਗੀ ਆ, LCD ਲੱਗੀ ਆ, AC ਲੱਗਾ ਹੋਇਆ ਹੈ, ਗੱਡੀ ਖੜੀ ਆ, ਡਰਾਈਵਰ ਹੈਗਾ। ਉਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਹੈ ਕਿ ਲੋਕ ਆਂਢ ਗੁਆਂਢ ਦੇ ਨਾਲ, ਆਸ ਪੜੋਸ ਦੇ ਵਿੱਚ, ਕਈ ਜਗ੍ਹਾ 'ਤੇ ਮੁਹੱਲਿਆਂ ਦੇ ਵਿੱਚ ਜਿਹੜੀ ਆ ਬੋਲ ਚਾਲ ਨਹੀਂ ਰੱਖਣਾ, ਇਹ ਵੀ ਇੱਕ ਫੈਸ਼ਨ, ਇਹ ਵੀ ਇੱਕ ਟਰੈਂਡ ਬਣ ਗਿਆ। ਪੁਰਾਣੇ ਸਮੇਂ 'ਚ ਚਾਹੇ ਏਜ ਜਿੰਨੀ ਮਰਜ਼ੀ ਹੋ ਜਾਏ, 90 ਸਾਲ ਦਾ ਵੀ, ਚਾਹੇ ਅੱਜ ਵੀ ਮੈਨੂੰ ਕਿਸੇ ਨੇ ਦੱਸਿਆ ਵੀ 90 ਸਾਲ ਦਾ ਬਜ਼ੁਰਗ ਹੈਗਾ ਜਿਹੜਾ ਅੱਜ ਵੀ ਟਰੈਕਟਰ ਚਲਾਉਂਦਾ, ਉਹ ਬਿਲਕੁਲ ਠੀਕ ਠਾਕ ਹੈਗਾ। ਵਜ੍ਹਾ ਕੀ ਹੁੰਦੀ ਸੀਗੀ ਵੀ ਇੱਕ ਤੂਤ ਲੱਗਾ ਜਾਂ ਟਾਹਲੀ ਲੱਗੀ ਆ ਜਾਂ ਕੋਈ ਹੋਰ ਡੇਕ ਦਾ ਦਰਖਤ ਲੱਗਾ, ਉਹਦੇ ਥੱਲੇ ਬਾਪੂ ਦਾ ਮੰਜਾ ਡੱਠਾ ਹੈ ਅਤੇ ਬਾਪੂ ਉੱਥੇ ਬੈਠਾ ਹੈ ਅਤੇ ਉਹਨੂੰ ਆਇਆ ਗਿਆ ਕੋਈ ਨਾ ਕੋਈ ਮਿਲਦਾ ਰਹਿੰਦਾ, ਜਾਂ ਉਹਦੇ ਕੋਲ 4 ਬੱਚੇ ਬੈਠ ਕੇ ਉੱਥੇ ਕੋਈ ਤਾਸ਼ ਖੇਲਦਾ ਪਿਆ, ਕੋਈ ਹੋਰ ਗੱਲਬਾਤ ਹੋ ਰਹੀ ਹੈ, ਤਾਂ ਉਹਦੇ ਨਾਲ ਕੀ ਹੁੰਦਾ ਸੀ, ਉਹਦਾ ਜਿਹੜਾ ਮੈਂਟਲੀ ਹੈਲਥ, ਸੋਸ਼ਲ ਹੈਲਥ ਉਹਦੀ ਠੀਕ ਰਹਿੰਦੀ ਸੀਗੀ। ਉਹਦੇ ਨਾਲ ਉਹਨੂੰ ਫਿਜ਼ੀਕਲ ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ। ਔਰ ਅੱਜ ਕੀ ਆ, ਬਿਮਾਰੀ ਹੈ ਨਹੀਂ ਆ, ਬਹੁਤੇ ਲੋਕਾਂ ਨੂੰ ਬਿਮਾਰੀ ਹੈ ਨਹੀਂ ਆ, ਉਹ ਸੋਚ ਕੇ ਉਹ ਬਿਮਾਰੀਆਂ ਲਾ ਲੈਂਦੇ ਆ। ਔਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਵਹਿਮ ਦੇ ਰੋਗ ਜਿਹੜੇ ਆ, ਉਹ ਲੋਕਾਂ ਨੇ ਅੰਦਰ ਇਕੱਲੇ ਬੈਠ ਕੇ ਸੋਚ ਕੇ ਲਵਾਏ ਹੋਏ ਆ। ਅੱਜ ਅਕਾਲਤਾ ਜਿਹੜੀ ਬਹੁਤ ਵੱਡਾ ਕਾਰਨ ਆ। ਇੱਕ ਐਗਜ਼ਾਮਪਲ ਆਉਂਦੀ ਆ ਵੀ ਇੱਕ ਬਜ਼ੁਰਗ ਜਿਹੜਾ ਸੀ, ਉਹਨੂੰ ਸਹੂਲਤਾਂ ਪੂਰੀਆਂ ਦੇ ਕੇ AC ਲਾ ਕੇ ਪਿੱਛੇ ਕਮਰੇ ਦੇ ਵਿੱਚ ਬਿਠਾਇਆ ਹੋਇਆ ਸੀਗਾ। ਉਹ ਕਹਿੰਦਾ ਮੈਨੂੰ ਇਸ ਤਰ੍ਹਾਂ ਕਰੋ, ਲੌਬੀ ਦੇ ਵਿੱਚ ਇੱਕ ਮੰਜਾ ਢਾ ਦਿਓ,
ਤੇ ਜਦੋਂ ਉਸ ਦਾ ਲੌਬੀ ਦੇ ਵਿੱਚ ਮੰਜਾ ਡਾਹਤਾ, ਉਹਨੂੰ ਆਇਆ ਗਿਆ ਮਿਲਣ ਲੱਗ ਗਿਆ, ਜਿਹੜਾ ਵੀ ਪਰਿਵਾਰ ਦਾ ਜੀ ਆਉਂਦਾ ਹੈ ਜਾਂਦਾ ਉਹਨੂੰ ਬੁਲਾਉਣ ਲੱਗ ਗਿਆ, ਤਾਂ ਉਹਦੀ ਸਿਹਤ ਜਿਹੜੀ ਠੀਕ ਹੋ ਗਈ। ਨਹੀਂ ਤਾਂ ਜਦੋਂ ਪਿਛਲੇ ਕਮਰੇ 'ਚ ਲੰਮਾ ਪਿਆ ਸੀ ਤਾਂ ਉਹ ਬਿਮਾਰ ਸੀ। ਤੋ ਇਸ ਤਰ੍ਹਾਂ ਦੇ ਕਾਰਨ ਹੈਗੇ ਜਿਨ੍ਹਾਂ ਨੂੰ ਅਸੀਂ ਸਮਝੀਏ, ਸਮਝ ਕੇ ਇਹਨਾਂ ਦਾ ਸਮਾਧਾਨ ਕਰੀਏ। ਕਿਤੇ ਨਾ ਕਿਤੇ ਬਾਹਰ ਨਿਕਲਣਾ, ਕਿਸੇ ਨਾਲ ਗੱਲਬਾਤ ਕਰਨੀ, ਇਹ ਸਾਡੇ ਲਈ ਬਹੁਤ ਜ਼ਰੂਰੀ ਆ। ਨਹੀਂ ਤਾਂ ਫਿਰ ਅਸੀਂ ਬਿਮਾਰੀਆਂ ਦੇ ਸ਼ਿਕਾਰ ਇਸੇ ਤਰ੍ਹਾਂ ਰਹਾਂਗੇ। ਬਿਲਕੁਲ, ਇਕੱਲਾਪਨ ਜਿਹੜਾ ਹੈ ਉਹ ਅੰਦਰੋਂ ਅੰਦਰੀ ਵੱਢ ਕੇ ਖਾਂਦਾ ਹੈ। ਬੇਸ਼ੱਕ ਕੋਈ ਮੰਨੇ ਜਾਂ ਨਾ ਮੰਨੇ, ਇਕੱਲਤਾ ਨੂੰ ਜਿਹੜਾ ਆ ਉਹ ਖਤਮ ਕਰਨ ਦੀ ਲੋੜ ਆ। ਭਾਈਚਾਰਕ ਸਾਂਝ ਮੁੜ ਤੋਂ ਜਿਹੜੀ ਪਿੰਡਾਂ ਦੇ ਵਿੱਚ ਹੁੰਦੀ ਸੀ, ਮੁਹੱਲਿਆਂ ਦੇ ਵਿੱਚ ਹੁੰਦੀ ਸੀ, ਸ਼ਹਿਰਾਂ ਦੇ ਵਿੱਚ ਹੁੰਦੀ ਸੀ, ਉਸ ਨੂੰ ਦੁਬਾਰਾ ਜਿਹੜਾ ਸੁਰਜੀਤ ਕਰਨ ਦੀ ਲੋੜ ਹੈ, ਉਸ ਨੂੰ ਦੁਬਾਰਾ ਪੁਨਰ ਕਰਨ ਦੀ ਲੋੜ ਹੈ। ਡਾਕਟਰ ਸਾਹਿਬ, ਹੋਮਿਓਪੈਥੀ ਦੀ ਸ਼ੁਰੂਆਤ ਕਦੋਂ ਕੁ ਹੋਈ ਤੇ ਇਲਾਜ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ? ਲੋਕ ਇਸ ਤੇ ਭਰੋਸਾ ਕਿੰਨਾ ਕੁ ਕਰ ਸਕਦੇ ਨੇ? ਡਾਕਟਰ ਸੈਮੂਅਲ ਹਨੀਮਨ ਜਿਨ੍ਹਾਂ ਨੇ ਹੋਮਿਓਪੈਥੀ ਇਜਾਦ ਕੀਤੀ ਹੈ, ਉਹ ਐਲੋਪੈਥੀ ਦੇ ਡਾਕਟਰ ਸੀਗੇ ਅਸਲ ਵਿੱਚ। ਔਰ ਸ਼ੁਰੂਆਤ ਦੇ ਵਿੱਚ ਹਰ ਇੱਕ ਨੂੰ ਪ੍ਰੋਬਲਮ ਆਉਂਦੀਆਂ, ਔਰ ਉਹਨਾਂ ਦੀ ਜਿਹੜੀ ਕਾਢ ਸੀਗੀ ਉਸ ਨੂੰ ਨਕਾਰ ਦਿੱਤਾ ਗੌਰਮੈਂਟ ਨੇ, ਉਹਨਾਂ ਨੂੰ ਦੇਸ਼ ਨਿਕਾਲਾ ਤੱਕ ਦੇ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਇੱਥੋਂ ਤੱਕ ਹੋਇਆ ਵੀ ਉਹਨਾਂ ਦਾ ਜਿਹੜਾ ਸਰੀਰ ਸੀਗਾ, ਡੈੱਡ ਬੋਡੀ ਸੀਗੀ, ਉਸ ਨੂੰ ਲਿਆ ਕਰਕੇ ਸ਼ਾਹੀ ਜਿਹੜਾ ਉਹਨਾਂ ਦਾ ਕਬਰਸਤਾਨ ਸੀ ਉੱਥੇ ਦਫਨਾਇਆ ਗਿਆ। ਬਾਅਦ ਦੇ ਵਿੱਚ ਉਹਨਾਂ ਦੀ ਡੈਥ ਤੋਂ ਬਹੁਤ ਸਾਲਾਂ ਬਾਅਦ, ਜਿਸ ਵੇਲੇ ਉਹਨਾਂ ਨੂੰ ਸਮਝ ਆਇਆ ਵੀ ਇਹ ਤਾਂ ਇੱਕ ਬਹੁਤ ਵੱਡਾ ਕੰਮ ਕਰਕੇ ਗਏ ਆ ਸੰਸਾਰ ਦੇ ਉੱਤੇ। ਤੇ ਹੋਮਿਓਪੈਥੀ ਜਿਹੜੀ ਇੱਕ ਪੈਥੀ ਐਸੀ ਹੈਗੀ ਆ ਜਿਸ ਦੇ ਵਿੱਚ ਅਸੀਂ ਮਰੀਜ਼ ਦਾ ਇਲਾਜ ਕਰਦੇ ਹਾਂ, ਨਾ ਕਿ ਮਰੀਜ਼ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ। ਜਿਸ ਵੇਲੇ ਮਰੀਜ਼ ਠੀਕ ਹੋ ਜਾਂਦਾ, ਉਹ ਆਪਣੀਆਂ ਬਿਮਾਰੀਆਂ ਆਪਣੇ ਆਪ ਹੀ ਠੀਕ ਕਰ ਲੈਂਦਾ। ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ ਬਈ ਇਹ ਮਰੀਜ਼ ਜਿਹੜਾ ਦਵਾਈਆਂ ਲੇਟ ਅਸਰ ਕਰਦੀਆਂ, ਉਹ ਲੇਟ ਅਸਰ ਕਿੱਥੇ ਕਰਦੀਆਂ? ਜਿੱਥੇ ਕਿ ਤੁਹਾਡੇ ਅੰਦਰ ਕੋਈ ਟੈਂਡੈਂਸੀ ਬਣ ਗਈ ਬਿਮਾਰੀ ਪੈਦਾ ਕਰਨੇ ਦੀ, ਪਹਿਲਾਂ ਉਸ ਟੈਂਡੈਂਸੀ ਨੂੰ ਖਤਮ ਹੁੰਦਾ, ਉਸ ਤੋਂ ਬਾਅਦ ਉਹ ਜਿਹੜੀ ਬਿਮਾਰੀ ਆ, ਜੇ ਸਟੋਨ ਬਣ ਗਿਆ, ਸਟੋਨ ਬਣਾਉਣ ਦੀ ਟੈਂਡੈਂਸੀ ਪੈਦਾ ਹੋਈ ਆ। ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਦੀ ਟੈਂਡੈਂਸੀ ਪਹਿਲਾਂ ਪੈਦਾ ਹੁੰਦੀ ਆ, ਉਹ ਟੈਂਡੈਂਸੀ ਜਿੱਦਾਂ ਖਤਮ ਹੋ ਗਈ, ਉਹਦੇ ਨਾਲ ਫਿਰ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਂਦੀ ਆ। ਜੇ ਅਸੀਂ ਹੋਰ ਕਿਸੇ ਤਰੀਕੇ ਦੇ ਨਾਲ ਉਹਨੂੰ ਸਟੋਨ ਨੂੰ ਬਾਹਰ ਕੱਢ ਲੈਂਦੇ ਹਾਂ, ਟੈਂਡੈਂਸੀ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਤੇ ਸਟੋਨ ਦੁਬਾਰਾ ਬਣ ਜਾਂਦੇ ਆ। ਹੋਮਿਓਪੈਥੀ ਇਲਾਜ ਨਾਲ ਦੁਬਾਰਾ ਨਹੀਂ ਬਣਦੇ। ਮੈਂ ਇਸੇ ਗੱਲ 'ਤੇ ਲੱਗਾ ਸੀ ਸਵਾਲ ਕਰਨ, ਤੁਸੀਂ ਜਵਾਬ ਬਿਹਤਰ ਦੇ ਦਿੱਤਾ ਕਿ ਲੋਕਾਂ ਦੇ ਵਿੱਚ ਇੱਕ ਬਹੁਤਾਤ ਦੇ ਵਿੱਚ, ਲੋਕਾਂ ਦੇ ਵਿੱਚ ਕਹਿ ਲਈਏ ਤਾਂ ਕੋਈ ਗਲਤ ਗੱਲ ਨਹੀਂ ਹੋਵੇਗੀ ਕਿ ਇੱਕ ਜਿਹੜੀ ਆ ਕਿਤੇ ਨਾ ਕਿਤੇ ਮਾਨਸਿਕਤਾ ਜਿਹੜੀ ਉਹ ਸੈੱਟ ਹੋ ਗਿਆ ਹੈ, ਮਾਈਂਡ ਸੈੱਟ ਹੋ ਗਿਆ ਕਿ ਹੋਮਿਓਪੈਥੀ ਜਿਹੜੀ ਆ ਉਹ ਦਵਾਈ ਬੜਾ ਲੇਟ ਅਸਰ ਸ਼ੁਰੂ ਕਰਦੀ ਹੈ, ਹੌਲੀ ਅਸਰ ਕਰਦੀ ਹੈ। ਕਈਆਂ ਦੀ ਇਹ ਵੀ ਮਾਨਤਾ ਹੈਗੀ ਹੈ ਕਿ ਇਹ ਵੀ ਮੰਨਦੇ ਨੇ ਕਿ ਜਿਹੜਾ ਅੱਜ ਕੱਲ੍ਹ ਅਸੀਂ ਪੋਲਿਊਟਡ ਜਿਹੜਾ ਖਾਣਾ ਆ, ਮਿਲਾਵਟੀ ਖਾਣਾ ਖਾਂਦੇ ਆ, ਰੇਹਾਂ ਸਪਰੇਹਾਂ ਵਾਲਾ ਖਾਣਾ ਖਾਂਦੇ ਆ, ਦਵਾਈਆਂ ਐਂਟੀਬਾਇਓਟਿਕਸ ਜਿਹੜੀਆਂ ਉਹ ਲੈਣੀਆਂ ਪੈਂਦੀਆਂ ਨੇ ਕਈ ਵਾਰੀ ਬਿਮਾਰ ਹੋਣ 'ਤੇ ਉਹਦੇ ਕਰਕੇ ਇਹ ਜਿਹੜਾ ਅਸਰ ਕਰਦੀ ਹੋਈ ਨਹੀਂ, ਜਾਂ ਬੜੀ ਦੇਰ ਬਾਅਦ ਕਰਦੀ ਆ, ਜਦ ਤੱਕ ਦੇਰ ਹੋ ਸਕਦੀ। ਲੋਕਾਂ ਵਿੱਚ ਇੱਕ ਮਾਨਸਿਕਤਾ ਇਹ ਵੀ ਹੈ, ਕਿੰਨੀ ਕੁ ਸਹੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਹੋਮਿਓਪੈਥੀ ਦਵਾਈ ਤਾਂ ਇਸ ਤਰ੍ਹਾਂ ਹੈ ਜਿਵੇਂ ਅਸੀਂ ਜੀਭ ਦੇ ਉੱਤੇ ਪਾਈ ਹੈ, ਇੱਕ IV ਟੀਕੇ ਨਾਲੋਂ ਪਹਿਲਾਂ ਉਸ ਦਵਾਈ ਦਾ ਅਸਰ ਹੋ ਜਾਂਦਾ। ਤੇ ਉਹ ਬਿਮਾਰੀਆਂ 'ਤੇ ਡਿਪੈਂਡ ਕਰਦਾ। ਕੁਛ ਬਿਮਾਰੀਆਂ ਅਸੀਂ ਜਿਹੜੀਆਂ ਨਾਲੋਂ ਨਾਲ ਠੀਕ ਕਰ ਦਈਦੀਆਂ, ਜਿਵੇਂ ਕਿਸੇ ਦੇ ਸਿਰ ਦਰਦ ਹੋ ਰਿਹਾ, ਪੇਟ ਦਰਦ ਹੋ ਰਿਹਾ, ਜਾਂ ਹੋਰ ਪ੍ਰੋਬਲਮ ਆ ਕੋਈ। ਤੇ ਅੱਜ ਕੱਲ੍ਹ ਡੇਂਗੂ ਜਿਵੇਂ ਹੋਇਆ, ਬੰਦੇ ਦੇ ਸੈੱਲ ਘਟੇ ਪਏ ਆ, ਰਾਤੋਂ ਰਾਤ ਪੂਰੇ ਕਰ ਦਈਦੇ, ਸਵੇਰ ਤੱਕ ਬੰਦੇ ਦੇ ਕਾਫੀ ਵੱਧ ਜਾਂਦੇ ਆ ਸੈੱਲ। ਤੇ ਸਾਨੂੰ ਇਹ ਬੜੇ ਵਧੀਆ ਰਿਜ਼ਲਟ ਜਿਹੜੇ ਹੋਮਿਓਪੈਥੀ ਦਵਾਈਆਂ ਨਾਲ ਮਿਲਦੇ ਆ। ਤੋ ਇਹ ਜਿੱਥੇ ਹੁਣ ਕਿਸੇ ਦੇ ਰਸੌਲੀਆਂ ਦੀ ਪ੍ਰੋਬਲਮ ਹੈਗੀ ਹੈ, ਜਾਂ ਕੋਈ ਮੋਤੀਆ ਹੈਗਾ, ਜਾਂ ਕਿਸੇ ਦੇ ਪੱਥਰੀਆਂ ਹੈਗੀਆਂ, ਉਹਨਾਂ ਨੂੰ ਜਿਹੜਾ ਠੀਕ ਕਰਨੇ ਦੇ ਲਈ ਸਮਾਂ ਲੱਗਦਾ, ਉੱਥੇ ਬਾਕੀ ਪੈਥੀਆਂ ਦੇ ਵਿੱਚ ਤਾਂ ਉਹਨਾਂ ਚੀਜ਼ਾਂ ਦਾ ਇਲਾਜ ਹੀ ਹੈ ਨਹੀਂ ਹੈ ਜਿਨ੍ਹਾਂ ਦੇ ਵਿੱਚ ਟਾਈਮ ਲੱਗਦਾ। ਇਲਾਜ ਨਹੀਂ ਹੈ, ਪਰ ਲੋਕਾਂ ਦਾ ਜ਼ਿਆਦਾਤਰ ਭਰੋਸਾ ਜਿਹੜਾ ਉਹ ਐਲੋਪੈਥੀ ਦੇ ਉੱਤੇ ਕਾਇਮ ਹੈ। ਹਾਲਾਂਕਿ ਆਯੁਰਵੈਦ ਦਾ ਵੀ ਰੁਝਾਨ ਦੁਬਾਰਾ ਆਉਣਾ ਸ਼ੁਰੂ ਹੋਇਆ, ਲੋਕ ਹੋਮਿਓਪੈਥੀ ਵੱਲ ਨੂੰ ਵੀ ਮੁੜ ਕੇ ਆ ਰਹੇ ਨੇ ਹੌਲੀ ਹੌਲੀ, ਪਰੰਤੂ ਹਾਲੇ ਵੀ ਜਿਹੜਾ ਆ, ਜੇ ਮੈਂ ਆਪਣੀ ਹੀ ਗੱਲ ਕਰਾਂ ਤਾਂ ਹਰ ਬੰਦਾ ਚਾਹੁੰਦਾ ਕਿ ਜੇ ਕੋਈ ਬੰਦਾ ਬਿਮਾਰ ਹੋ ਗਿਆ ਤਾਂ ਪਹਿਲਾਂ ਅਸੀਂ ਹਸਪੀਟਲ ਜਾਈਏ, ਡਾਕਟਰ ਦੇ ਕੋਲ ਜਾਈਏ, ਦਵਾਈ ਲਵਾਂਗੇ, ਪਹਿਲੀ ਡੋਜ਼ ਖਾਵਾਂਗੇ ਤਾਂ ਅਸਰ ਹੋਣਾ ਸ਼ੁਰੂ ਹੋ ਜਾਏਗਾ। ਲੋਕ ਚੋਣ ਕਿਵੇਂ ਕਰਨ ਕਿ ਮੈਂ ਬਿਮਾਰ ਹੋਇਆ ਅਤੇ ਕਿਹੜੀ ਪੈਥੀ ਵਿੱਚ ਜਾ ਕੇ ਇਲਾਜ ਸਹੀ ਹੋ ਸਕਦਾ? ਕਿਵੇਂ ਲੋਕ ਚੋਣ ਕਰਨ? ਦੇਖੋ, ਇਹ ਜਿਹੜਾ ਹੈ ਆਪਣੇ ਆਪਣੇ ਵਿਸ਼ਵਾਸ ਹੁੰਦੇ ਆ। ਇੱਥੋਂ ਤੱਕ ਕਿ ਅੱਜ ਸੱਜਣ ਇੱਕ ਆਏ ਸੀਗੇ, ਉਹਨਾਂ ਨੂੰ ਰਾਤ ਨੂੰ ਧੜਕਣ ਹੋਈ ਹੈ, ਧੜਕਣ ਹੋਣ ਦੇ ਨਾਲ ਉਹ ਹਾਰਟ ਸਪੈਸ਼ਲਿਸਟ ਕੋਲ ਚਲ ਗਏ। ਉਹ 2-3 ਡਾਕਟਰਸ ਦੀ ਰਾਏ ਲੈ ਕੇ ਮੇਰੇ ਕੋਲ ਆਏ ਆ, ਅਤੇ ਡਾਕਟਰ ਨੇ ਐਂਡ ਦੇ ਉੱਤੇ ਇਹ ਤੱਤ ਕੱਢਿਆ ਵੀ ਇਸ ਤਰ੍ਹਾਂ ਨਾਲ ਕਈ ਵਾਰ ਹੋ ਜਾਂਦਾ। ਸਾਰੇ ਟੈਸਟਾਂ ਦੇ ਵਿੱਚ ਉਹ ਨੈਗੇਟਿਵ ਆਏ ਆ। ਜੇਕਰ ਉਹ ਮੇਰੇ ਕੋਲ ਆਉਂਦੇ ਤਾਂ ਮੈਂ ਤਾਂ ਉਹਨਾਂ ਨੂੰ ਸਪਸ਼ਟ ਜਿਹੜਾ ਪਕੜ ਲੈਣਾ ਸੀਗਾ ਵੀ ਇਹ ਸਾਰਾ ਸਟਰੈਸ ਦਾ ਕਾਰਨ ਆ, ਕਿਉਂਕਿ ਬੱਚੇ ਉਹਨਾਂ ਦੇ ਬਾਹਰ ਗਏ ਆ, ਆਪ ਇੱਥੇ ਇਕੱਲੇ ਰਹਿੰਦੇ ਆ, ਪਿਛਲੇ ਸਮੇਂ 'ਚੋਂ ਡਿਪਰੈਸ਼ਨ ਦਾ ਵੀ ਸ਼ਿਕਾਰ ਰਹੇ ਆ।
ਤਾਂ ਕਈ ਵਾਰ ਡਿਪਰੈਸ਼ਨ ਫਿਰ ਵੀ ਦੁਬਾਰਾ ਬੰਦੇ 'ਤੇ ਹਾਵੀ ਹੋ ਜਾਂਦਾ। ਅਤੇ ਇਹੋ ਜਿਹੇ ਬੰਦਿਆਂ ਨੂੰ ਕਿਸੇ ਵੇਲੇ ਵੀ ਰਾਤ ਨੂੰ ਧੜਕਣ ਹੋ ਸਕਦੀ ਹੈ, ਸਾਹ ਚੜ੍ਹ ਸਕਦਾ, ਘਬਰਾਹਟ ਹੋ ਸਕਦੀ ਹੈ। ਤਾਂ ਉਹ ਕੋਈ ਫਿਜ਼ੀਕਲ ਬਿਮਾਰੀ ਨਹੀਂ ਹੁੰਦੀ, ਉਹ ਸਾਰੀ ਮੈਂਟਲ ਕਾਰਨ ਹੁੰਦਾ। ਉਹਦੇ ਕਰਕੇ ਜਿਸ ਵੇਲੇ ਸਾਡਾ ਬ੍ਰੇਨ ਸਬਕੌਂਸ਼ੀਅਸ ਮਾਈਂਡ ਅੰਦਰੋਂ ਫਾਸਟ ਚੱਲਦਾ ਤਾਂ ਉਹ ਸਾਡੀਆਂ ਜਿਹੜੀਆਂ ਕਿਰਿਆਵਾਂ ਉਹਨਾਂ ਨੂੰ ਡਿਸਟਰਬ ਕਰ ਦਿੰਦਾ, ਅਤੇ ਉਹਦੇ ਨਾਲ ਫਿਰ ਕਈ ਵਾਰ ਸਾਹ ਚੜ੍ਹਨਾ, ਘਬਰਾਹਟ ਹੋਣੀ ਜਾਂ ਹਾਰਟ ਬੀਟ ਤੇਜ਼ ਹੋਣੀ ਅਕਸਰ ਹੋ ਜਾਂਦਾ। ਅਤੇ ਇਹ ਕੋਈ ਘਬਰਾਉਣ ਵਾਲੀ ਗੱਲ ਜਾਂ ਚਿੰਤਾ ਵਾਲੀ ਗੱਲ ਨਹੀਂ ਹੁੰਦੀ। BP ਵੀ ਹਾਈ ਹੋ ਜਾਂਦਾ ਕਈ ਵਾਰੀ, ਪਰ ਇਹ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ। ਡਾਕਟਰ ਸਾਹਿਬ, ਜਦੋਂ ਹੋਮਿਓਪੈਥੀ ਦੇ ਵਿੱਚ ਅਸੀਂ ਦਵਾਈ ਲੈਂਦੇ ਹਾਂ ਤਾਂ ਇੱਕ ਵਾਈਟ ਕਲਰ ਦੀਆਂ ਗੋਲੀਆਂ ਜਿਹੜੀਆਂ ਆ, ਮਿੱਠੀਆਂ ਗੋਲੀਆਂ ਅਕਸਰ ਲੋਕ ਕਹਿ ਦਿੰਦੇ ਨੇ ਕਿ ਮਿੱਠੀਆਂ ਗੋਲੀਆਂ, ਅਤੇ ਆਮ ਪਰਿਵਾਰਾਂ ਦੇ ਵਿੱਚ ਵੀ ਅਸੀਂ ਕੋਈ ਗੱਲ ਕਰੀਏ, ਕੋਈ ਦਾਵਾ ਜਾਂ ਵਾਅਦਾ ਕਰੀਏ ਤਾਂ ਕਈ ਵਾਰੀ ਸਾਹਮਣੇ ਵਾਲਾ ਕਹਿ ਦਿੰਦਾ ਯਾਰ ਮਿੱਠੀਆਂ ਗੋਲੀਆਂ ਤਾਂ ਨਹੀਂ ਦੇਈ ਜਾਂਦਾ। ਇਹ ਮਿੱਠੀਆਂ ਗੋਲੀਆਂ ਵਾਕਈ ਦੇ ਵਿੱਚ ਕਾਰਗਰ ਨੇ ਕਿ ਇਹ ਕਿਤੇ ਮਿੱਠੀਆਂ ਗੋਲੀਆਂ ਤੱਕ ਹੀ ਸੀਮਤ ਨਹੀਂ ਕਿ ਸਿਰਫ ਮਿੱਠੀਆਂ ਹੀ ਗੋਲੀਆਂ, ਅਤੇ ਇਹਦੇ ਨਾਲ ਕਿਤੇ ਡਾਇਬਟੀਜ਼ ਵਾਲੇ ਜਿਹੜੇ ਜ਼ਿਆਦਾ ਲੋਕ ਨੇ ਉਹ ਡਰਦੇ ਨੇ ਕਿ ਮਿੱਠੀਆਂ ਸ਼ਾਇਦ ਇਹਦੇ ਨਾਲ ਸ਼ੂਗਰ ਵੱਧਦੀ ਹੋਵੇ, ਤਾਂ ਸ਼ਾਇਦ ਹੋਮਿਓਪੈਥੀ ਦੇ ਡਾਕਟਰ ਲੁਕਾ ਰੱਖਦੇ ਨੇ ਕਿਤੇ ਇਹਦੇ ਨਾਲ ਸ਼ੂਗਰ ਤਾਂ ਨਹੀਂ ਵੱਧ ਜਾਂਦੀ, ਮਿੱਠੀਆਂ ਤਾਂ ਨਹੀਂ ਹੁੰਦੀਆਂ, ਵੇਟ ਤਾਂ ਨਹੀਂ ਵੱਧ ਜਾਏਗਾ ਇਹਦੇ ਨਾਲ। ਨਹੀਂ, ਇਹ ਮਿੱਠੀਆਂ ਗੋਲੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਭਾਸ਼ਾ 'ਚ ਵਹੀਕਲ ਕਹਿੰਦੇ ਹਾਂ, ਵਹੀਕਲ ਦਾ ਮਤਲਬ ਕਿ ਦਵਾਈ ਨੂੰ ਅੰਦਰ ਭੇਜਣ ਲਈ ਇਹ ਇਸਤੇਮਾਲ ਕੀਤੀਆਂ ਜਾਂਦੀਆਂ। ਇਹਦੇ ਵਿੱਚ ਅਸੀਂ ਅਲੱਗ-ਅਲੱਗ ਮੈਡੀਸਨ ਪਾਉਂਦੇ ਹਾਂ। ਦੇਖਣ ਨੂੰ ਇਹ ਗੋਲੀਆਂ ਸੇਮ ਹੀ ਹੁੰਦੀਆਂ, ਪਰ ਇਹਦੇ 'ਚ ਜਿਹੜੀ ਮੈਡੀਸਨ ਪਾਈ ਜਾਂਦੀ ਉਹ ਅਲੱਗ-ਅਲੱਗ ਹੁੰਦੀ ਹੈ। ਔਰ ਇਹ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਆਪਾਂ ਦਿੰਦੇ ਹਾਂ। ਬਹੁਤ ਹੀ ਛੋਟੀਆਂ ਗੋਲੀਆਂ ਹੁੰਦੀਆਂ ਜਿਹੜੀਆਂ 2-4 ਖਾਣੀਆਂ ਹੁੰਦੀਆਂ ਇਨਸਾਨ ਨੇ। ਉਹਦੇ ਨਾਲ ਸ਼ੂਗਰ ਦੇ ਉੱਤੇ ਕੋਈ ਐਡਾ ਪ੍ਰਭਾਵ ਨਹੀਂ ਪੈਂਦਾ, ਔਰ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ। ਇੱਕ ਡਾਕਟਰ ਸਾਹਿਬ, ਇਹਨਾਂ ਗੋਲੀਆਂ ਦੇ ਵਿੱਚ ਜਿਹੜੀ ਦਵਾਈ ਦਿੰਦੇ ਆ ਉਹ ਲੋਕਾਂ ਦੇ ਵਿੱਚ ਇੱਕ ਚਰਚਾ ਰਹਿੰਦਾ ਹੈ ਕਿ ਇਹਦੇ ਵਿੱਚ ਅਲਕੋਹਲ ਪਾਈ ਹੁੰਦੀ ਹੈ, ਜਦ ਕਿ ਸ਼ਰਾਬ ਜਿਹੜੀ ਆ ਉਹ ਵੀ ਅਲਕੋਹਲ ਹੈ, ਅਤੇ ਅਲਕੋਹਲ ਇੱਕ ਨਸ਼ਾ ਵੀ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਜਿਹੜੇ ਧਰਮ ਦੇ ਵਿੱਚ ਆਸਥਾ ਰੱਖਦੇ ਨੇ, ਜਿਹੜੇ ਉਹਦੇ ਵਿੱਚ ਯਕੀਨ ਰੱਖਦੇ ਨੇ, ਇੱਕ ਉਹ ਲੋਕ, ਔਰ ਦੂਸਰਾ ਸਿਹਤ ਦਾ ਖਿਆਲ ਰੱਖਣ ਵਾਲੇ ਲੋਕ ਜਿਹੜੇ ਉਹ ਕਹਿੰਦੇ ਨੇ ਕਿ ਅਲਕੋਹਲ ਤਾਂ ਕਰਦੀ ਹੋਈ ਨੁਕਸਾਨ ਹੈ। ਫਿਰ ਇਹ ਦਵਾਈਆਂ ਦੇ ਵਿੱਚ ਅਲਕੋਹਲ ਜਿਹੜੀਆਂ ਉਹਦੇ ਨਾਲ ਸਿਫਾਰਿਸ਼ ਕੀਤੀਆਂ ਹੁੰਦੀਆਂ ਨੇ, ਸਾਫ਼ ਕੀਤੀਆਂ ਹੁੰਦੀਆਂ ਨੇ, ਕਿ ਇਹ ਸੇਫ ਕਿਵੇਂ ਹੋ ਸਕਦੀ ਹੈ? ਕੀ ਜਵਾਬ ਦਿਓਗੇ ਇਸ ਗੱਲ ਦਾ? ਅਲਕੋਹਲ ਜਿਹੜੀ ਆ ਐਲੋਪੈਥੀ ਦਵਾਈਆਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾਂਦੀ ਆ, ਔਰ ਦੂਸਰੇ ਨੰਬਰ 'ਤੇ ਆਯੁਰਵੈਦਿਕ ਆਸਵ ਔਰ ਅਰਿਸ਼ਟ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਅਲਕੋਹਲ ਜਿਹੜੀ ਆ ਕੁਦਰਤੋਂ ਪੈਦਾ ਹੋਈ ਹੁੰਦੀ ਆਸਵ ਅਰਿਸ਼ਟ ਦੇ ਵਿੱਚ ਵੀ। ਔਰ ਇਹਦਾ ਲੋੜ ਕਿਉਂ ਪੈਂਦੀ ਹੈ? ਕਿਉਂਕਿ ਬਹੁਤ ਸਾਰੀਆਂ ਜੜੀਆਂ ਬੂਟੀਆਂ ਜਿਨ੍ਹਾਂ ਦੇ ਵਿੱਚ ਆਇਲ ਹੁੰਦੇ ਆ, ਅਤੇ ਉਹ ਆਇਲ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਨਹੀਂ ਘੁਲਦਾ। ਉਹਨੂੰ ਘੋਲਣ ਦੇ ਲਈ ਸਾਨੂੰ ਅਲਕੋਹਲ ਦੀ ਲੋੜ ਪੈਂਦੀ ਆ। ਇਸੇ ਕਰਕੇ ਆਸਵ ਅਰਿਸ਼ਟ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਅਲਕੋਹਲ ਪੈਦਾ ਕੀਤੀ ਜਾਂਦੀ ਆ। ਗੁੜ ਦੇ ਵਿੱਚ ਪਾ ਕੇ ਉਹਨਾਂ ਨੂੰ ਘੜੇ 'ਚ ਰੱਖਿਆ ਜਾਂਦਾ, ਜਿਸ ਤਰ੍ਹਾਂ ਸ਼ਰਾਬ ਦਾ ਹੀ ਰੱਖਦੇ ਆ, ਉਸੇ ਤਰ੍ਹਾਂ ਜੜੀਆਂ ਬੂਟੀਆਂ ਨੂੰ ਉਹ ਪਾ ਕੇ ਰੱਖਦੇ ਆ ਆਯੁਰਵੈਦਿਕ ਦੇ ਵਿੱਚ। ਔਰ ਉਹਦੇ ਨਾਲ ਕੀ ਆ, ਅਲਕੋਹਲ ਪੈਦਾ ਹੁੰਦੀ ਆ। ਉਹ ਅਲਕੋਹਲ ਜਿਹੜੀ ਹੈਗੀ ਆ, ਜਿਹੜੇ ਆਇਲ ਹੈਗੇ ਆ ਉਹਦੇ ਵਿੱਚ ਉਹ ਫਿਰ ਘੁਲ ਜਾਂਦੇ ਆ, ਤਾਂ ਉਹ ਜਿਹੜੇ ਪੇਸ਼ੈਂਟ ਤੱਕ ਪਹੁੰਚ ਜਾਂਦੇ ਆ। ਔਰ ਇਹ ਮਾਤਰਾ ਬਹੁਤ ਹੀ ਥੋੜ੍ਹੀ ਹੁੰਦੀ ਆ, ਔਰ ਕਿਉਂਕਿ ਉਸਨੇ ਪੂਰੀ ਬੋਤਲ ਤਾਂ ਪੀ ਨਹੀਂ ਜਾਣੀ ਹੁੰਦੀ, ਚਮਚਿਆਂ ਦੇ ਹਿਸਾਬ ਨਾਲ ਪੀਣੀ ਹੁੰਦੀ ਆ, ਅਤੇ ਉਹ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਵੀ ਜਿਹੜਾ ਉਹਦਾ ਨੁਕਸਾਨ ਹੋਣ ਦਾ ਕੋਈ ਮਤਲਬ ਬਣਦਾ ਨਹੀਂ। ਸੁਰੱਖਿਅਤ ਹੈ। ਅਤੇ ਡਾਕਟਰ ਸਾਹਿਬ, ਅੱਜ ਕੱਲ੍ਹ ਡੇਂਗੂ ਦਾ ਜਿਹੜਾ ਆ ਸੀਜ਼ਨ ਚੱਲ ਰਿਹਾ, ਇੱਕ ਤਰ੍ਹਾਂ ਨਾਲ ਲੋਕ ਪਲੇਟਲੈਟ ਸੈੱਲ ਹਰ ਸਾਲ ਜਿਹੜੇ ਲੋਕਾਂ ਦੇ ਉਹ ਘਟਦੇ ਨੇ, ਲੋਕ ਘਬਰਾ ਜਾਂਦੇ ਨੇ, ਲੋਕਾਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਨਹੀਂ ਹੈ, ਕਈ ਵਹਿਮ ਭਰਮ ਭੁਲੇਖੇ ਵੀ ਨੇ, ਇਸ 'ਤੇ ਵੀ ਗੱਲਬਾਤ ਕਰਾਂਗੇ। ਪਹਿਲਾਂ ਕੋਵਿਡ 'ਤੇ ਗੱਲਬਾਤ ਕਰ ਲਈਏ। ਆਰਸੈਨਿਕੁਮ ਅਤੇ ਇੱਕ ਬ੍ਰਾਇਓਨੀਆ 30 ਨਾਮ ਦੀਆਂ 2 ਦਵਾਈਆਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹਨਾਂ ਦਾ ਪ੍ਰਚਾਰ ਜਿਹੜਾ ਆ ਉਹ ਹੋਇਆ ਸੀ, ਇਹ ਕਹਿ ਕੇ ਪੇਜਾਂ ਦੇ ਉੱਤੇ ਵੱਖ-ਵੱਖ ਥਾਵਾਂ 'ਤੇ ਕਿ ਇਹ ਕਰੋਨਾ ਦੀ ਦਵਾਈ ਹੈ, ਇਹਦੇ ਨਾਲ ਕਰੋਨਾ ਠੀਕ ਹੁੰਦਾ ਹੈ। ਕਿੰਨੀ ਕਿ ਇਹਦੇ ਵਿੱਚ ਸੱਚਾਈ ਹੈ ਕਿ ਵਾਕਈ ਇਹ ਕਰੋਨਾ ਦੀ ਦਵਾਈ ਹੈ ਜਾਂ ਸਿਰਫ ਇਹ ਇੱਕ ਅਫਵਾਹ ਮਾਤਰ ਸੀ? ਹੋਮਿਓਪੈਥੀ ਦੇ ਵਿੱਚ ਅਸੀਂ ਬਹੁਤੀ ਕਰਕੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਬਿਮਾਰੀ ਦਾ ਇਲਾਜ ਨਹੀਂ, ਅਸੀਂ ਪੇਸ਼ੈਂਟ ਦਾ ਇਲਾਜ ਕਰਦੇ ਹਾਂ। ਇਹ ਆਰਸੈਨਿਕ ਦਵਾਈ ਗੌਰਮੈਂਟ ਆਫ ਇੰਡੀਆ ਵੱਲੋਂ ਦੱਸੀ ਗਈ ਹੈ ਵੀ 3 ਦਿਨ ਸਵੇਰ ਨੂੰ ਨਿਰਣੇ ਪੇਟ ਆਰਸੈਨਿਕ 30 ਦੀ ਲੈਣ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਏਗਾ। ਭਾਵ ਇਹ ਆ ਵੀ ਜੇ ਤੁਹਾਡੀ 20% ਹੈਗੀ ਆ ਇਮਿਊਨਿਟੀ, ਤਾਂ ਉਹ 40-50% ਹੋ ਜਾਏਗੀ, ਵੀ ਰੋਗ ਨਾਲ ਲੜਨੇ ਦੀ ਤੁਹਾਡੀ ਸ਼ਕਤੀ ਵੱਧ ਜਾਏਗੀ। ਬ੍ਰਾਇਓਨੀਆ ਚੈਸਟ ਦੀ ਇੱਕ ਵਧੀਆ ਦਵਾਈ ਹੈਗੀ ਆ, ਅਤੇ ਕਿਉਂਕਿ ਕਰੋਨਾ ਦੇ ਵਿੱਚ ਮੰਨਿਆ ਜਾਂਦਾ ਵੀ ਨਮੂਨੀਆ ਹੁੰਦਾ, ਚੈਸਟ ਦੇ ਵਿੱਚ ਪ੍ਰੋਬਲਮ ਹੁੰਦੀ ਆ, ਇਸ ਕਰਕੇ ਬ੍ਰਾਇਓਨੀਆ ਦਵਾਈ ਵੀ ਜਿਹੜੀ ਇਹਦੇ ਲਈ ਖਾਸ ਤੌਰ 'ਤੇ ਮੰਨੀ ਜਾਂਦੀ ਹੈ। ਪਰ ਇਹਦੇ ਇਲਾਵਾ ਵੀ ਬਹੁਤ ਸਾਰੀਆਂ ਸਾਡੇ ਕੋਲ ਦਵਾਈਆਂ ਹੈਗੀਆਂ ਜਿਨ੍ਹਾਂ ਦੇ ਬਹੁਤ ਵਧੀਆ ਰਿਜ਼ਲਟ ਜਿਹੜੇ ਆ ਸਾਨੂੰ ਨਮੂਨੀਆ ਦੇ ਵਿੱਚ ਮਿਲਦੇ ਆ। ਬੇਸ਼ੱਕ ਉਹ ਨਮੂਨੀਆ ਕਰੋਨਾ ਦਾ ਕਾਰਨ ਹੋਇਆ ਚਾਹੇ ਕਿਸੇ ਹੋਰ ਕਾਰਨ ਹੋਇਆ, ਕਿਉਂਕਿ ਅਸੀਂ ਰੋਗੀ ਦਾ ਇਲਾਜ ਕਰਨਾ, ਰੋਗੀ ਜਿਹੜਾ ਆਪਣੀ ਬਿਮਾਰੀ ਆਪਣੇ ਆਪ ਠੀਕ ਕਰ ਲੈਂਦਾ, ਬੇਸ਼ੱਕ ਉਹ ਕਰੋਨਾ ਹੋਵੇ ਜਾਂ ਕੋਈ ਹੋਰ ਹੋਵੇ। ਪਿਛਲੇ ਸਮੇਂ ਦੇ ਵਿੱਚ ਅਸੀਂ ਸੈਂਕੜੇ ਲੋਕ ਜਿਹੜੇ ਆ ਸਾਡੇ ਕੋਲ ਇਸ ਤਰ੍ਹਾਂ ਦੇ ਆਏ ਆ ਜਿਨ੍ਹਾਂ ਨੂੰ ਛਾਤੀ ਦੇ ਵਿੱਚ ਰੋਗ ਸੀਗਾ,
ਆਕਸੀਜਨ ਦਾ ਲੈਵਲ ਨਹੀਂ ਸੀ ਸਟੇਬਲ ਹੋ ਰਿਹਾ, ਉਹ ਦਵਾਈਆਂ ਲੈਣ ਦੇ ਨਾਲ ਹੋਮਿਓਪੈਥੀ ਦੇ ਨਾਲ ਉਹ ਠੀਕ ਹੋ ਗਏ ਆ। ਦਿੱਲੀ ਤੱਕ ਦਵਾਈਆਂ ਗਈਆਂ, ਚੰਡੀਗੜ੍ਹ, ਅੰਮ੍ਰਿਤਸਰ, ਬਹੁਤ ਦੂਰ ਦੂਰ ਦਵਾਈਆਂ ਜਿਹੜੀਆਂ ਲੋਕ ਆਪ ਲੈਣ ਗੱਡੀਆਂ 'ਤੇ ਆਉਂਦੇ ਰਹੇ ਔਰ ਇੱਥੋਂ ਲੈ ਕੇ ਪਹੁੰਚਾਉਂਦੇ ਵੀ ਰਹੇ ਆ, ਕਿਉਂਕਿ ਇਹਦਾ ਹੋਮਿਓਪੈਥੀ ਦਵਾਈਆਂ ਦਾ ਨੁਕਸਾਨ ਵੀ ਕੋਈ ਨਹੀਂ ਆ ਔਰ ਰਿਜ਼ਲਟ ਬਹੁਤ ਵਧੀਆ ਮਿਲਿਆ। ਦਰਸ਼ਕਾਂ ਨੂੰ ਇੱਥੇ ਅਸੀਂ ਵੀ ਅਪੀਲ ਕਰਨੀ ਚਾਹਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਹਾਡੇ ਸਾਹਮਣੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ, ਉਸ ਨੂੰ ਅੱਖਾਂ ਬੰਦ ਕਰਕੇ ਸੱਚ ਮੰਨ ਲੈਣਾ, ਉਸ ਨੂੰ ਸ਼ੇਅਰ ਕਰਨਾ ਸਿਹਤ ਦੇ ਲਈ ਤੇ ਸਮਾਜ ਦੇ ਲਈ ਜਿਹੜਾ ਹੈ ਉਹ ਹਾਨੀਕਾਰਕ ਹੋ ਸਕਦਾ ਹੈ, ਘਾਤਕ ਹੋ ਸਕਦਾ ਹੈ। ਖਾਸ ਕਰਕੇ ਜੇਕਰ ਉਹ ਕੋਈ ਦਵਾਈ ਹੈ ਤਾਂ ਕਿਸੇ ਵੀ ਦਵਾਈ ਨੂੰ ਲੈਣ ਤੋਂ ਪਹਿਲਾਂ, ਕਿਸੇ ਵੀ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਕਿਸੇ ਤਜਰਬੇਕਾਰ ਡਾਕਟਰ ਜਾਂ ਵੈਦ ਜਿਹੜਾ ਸਰਟੀਫਾਈਡ ਹੈ, ਜਿਹਦੇ ਕੋਲ ਲਾਇਸੈਂਸ ਹੈ, ਜਿਹੜਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਉਸ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਆ। ਕਿਤੇ ਅਜਿਹਾ ਨਾ ਹੋਵੇ ਕਿ ਕੋਈ ਦਵਾਈ ਜਿਹੜੀ ਆ ਉਹ ਤੁਹਾਡੇ ਲਈ ਜਾਨਲੇਵਾ ਸਾਬਤ ਹੋਵੇ ਜਾਂ ਤੁਹਾਨੂੰ ਕਿਸੇ ਮੁਸੀਬਤ ਦੇ ਵਿੱਚ ਪਾ ਦੇਵੇ। ਖਾਸ ਤੌਰ 'ਤੇ ਕੋਵਿਡ ਨੂੰ ਲੈ ਕੇ ਜਿਹੜੀਆਂ ਦਵਾਈਆਂ ਦਾ ਪ੍ਰਚਾਰ ਐਲੋਪੈਥੀ ਜਾਂ ਜਿਹੜਾ ਹੈ ਹੋਮਿਓਪੈਥੀ ਦੀਆਂ ਕੁਝ ਦਵਾਈਆਂ ਦਾ ਨਾਮ ਕੋਵਿਡ ਨਾਲ ਜੋੜ ਕੇ ਜਿਹੜਾ ਕੀਤਾ ਜਾ ਰਿਹਾ ਸੀ, ਡਾਕਟਰ ਸਾਹਿਬ ਨੇ ਦੱਸ ਦਿੱਤਾ ਹੈ ਕਿ ਇਹ ਦਵਾਈਆਂ ਇਮਿਊਨਿਟੀ ਨੂੰ ਵਧਾਉਣ ਦੇ ਲਈ ਤੇ ਛਾਤੀ ਸੰਬੰਧੀ ਰੋਗ ਜਿਹੜੇ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਸੀ, ਨਾ ਕਿ ਕਰੋਨਾ ਨੂੰ ਠੀਕ ਕਰਨ ਦੇ ਲਈ। ਡਾਕਟਰ ਸਾਹਿਬ, ਕੋਵਿਡ ਦੇ ਰਿਗਾਰਡਿੰਗ ਅਜੇ ਮਾਰਕੀਟ ਦੇ ਵਿੱਚ ਦਰਜਨਾਂ ਨਹੀਂ, ਸੈਂਕੜਾ ਨਹੀਂ, ਬਲਕਿ ਹਜ਼ਾਰਾਂ ਲੱਖਾਂ ਪ੍ਰੋਡਕਟਸ ਆ ਚੁੱਕੇ ਨੇ। ਇਮਿਊਨਿਟੀ ਬੂਸਟਰ ਹੈ, ਚਾਹੇ ਉਹ ਦਵਾਈਆਂ, ਚਾਹੇ ਉਹ ਗੋਲੀਆਂ ਨੇ, ਚਾਹੇ ਉਹ ਲਿਕਵਿਡ ਹੈ, ਚਾਹੇ ਕਾੜੇ ਨੇ, ਇਮਿਊਨਿਟੀ ਬੂਸਟਰ ਕਿਹਾ ਜਾਂਦਾ ਹੈ। ਵੱਖ-ਵੱਖ ਨਾਮ ਇਸ ਤਰ੍ਹਾਂ ਦੇ ਦਿੱਤੇ ਗਏ ਨੇ, ਐਨਰਜੀ ਬੂਸਟਰ, ਇਮਿਊਨਿਟੀ ਬੂਸਟਰ। ਕੋਵਿਡ ਦੇ ਨਾਲ ਨਾਮ ਤੋੜ ਮਰੋੜ ਕੇ ਕੁਝ ਰੱਖਿਆ ਗਿਆ ਤਾਂ ਕਿ ਲੋਕਾਂ ਦਾ ਧਿਆਨ ਜਾਵੇ ਰੱਖੇ ਹੋਏ ਪ੍ਰੋਡਕਟ ਦੇ ਉੱਤੇ। ਉਹ ਪੁੱਛਦੇ ਨੇ ਦੁਕਾਨਦਾਰ ਜਿਹੜਾ ਉਹ ਪ੍ਰੋਡਕਟ ਬਾਰੇ ਜਾਣਕਾਰੀ ਦਿੰਦਾ, ਕਿੰਨੇ ਕੁ ਕਾਰਗਰ ਹੋ ਸਕਦੇ ਨੇ ਉਹ ਪ੍ਰੋਡਕਟ ਜਿਹੜੇ ਇਮਿਊਨਿਟੀ ਨੂੰ ਬੂਸਟ ਕਰਨ ਦੇ ਲਈ ਮਾਰਕੀਟ ਦੇ ਵਿੱਚ ਆਏ ਨੇ, ਲੋਕ ਉਹ ਵਰਤਣ ਜਾਂ ਨਾ ਵਰਤਣ ਜਾਂ ਕਦੋਂ ਵਰਤਣ। ਇਹ ਜਿੰਨੇ ਵੀ ਪ੍ਰੋਡਕਟਸ ਆਏ ਆ, ਹਰ ਇੱਕ ਬੰਦਾ ਬਿਜ਼ਨਸਮੈਨ ਹੈ ਅਤੇ ਉਹ ਸੋਚਦਾ ਵੀ ਮੈਂ ਵੀ ਕੋਈ ਨਾ ਕੋਈ ਫਾਇਦਾ ਲਵਾਂ ਤਾਂ ਆਪਣਾ ਕੰਮ ਚਲਾਵਾਂ। ਇਸ ਕਰਕੇ ਜਿਹੜੇ ਆ ਬਹੁਤ ਸਾਰੇ ਇਮਿਊਨਿਟੀ ਬੂਸਟਰ ਜਿਹੜੇ ਆ ਲੋਕਾਂ ਵੱਲੋਂ ਬਣਾਏ ਗਏ, ਕੰਪਨੀਆਂ ਵੱਲੋਂ ਬਣਾਏ ਗਏ, ਪਰ ਹਰ ਇੱਕ ਨੂੰ ਚਾਹੀਦਾ ਵੀ ਆਪਣਾ ਜਿਹੜਾ ਡਾਕਟਰ ਆ ਉਹਦੀ ਸਲਾਹ ਤੋਂ ਬਗੈਰ ਕੋਈ ਚੀਜ਼ ਇਸਤੇਮਾਲ ਨਾ ਕਰੇ। ਪਿਛਲੇ ਸਮੇਂ ਦੇ ਵਿੱਚ ਮੇਰੇ ਇੱਕ ਮਿੱਤਰ, ਉਹਨਾਂ ਦਾ ਫੋਨ ਆਇਆ, ਕਹਿੰਦੇ ਮੇਰੇ ਨੱਕ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ। ਅਤੇ ਮੈਂ ਕਿਹਾ ਨੱਕ ਦੇ ਵਿੱਚੋਂ ਬਲੀਡਿੰਗ ਹੋ ਰਹੀ, ਇਹਦਾ ਮਤਲਬ ਇਹ ਤੁਹਾਡਾ BP ਹਾਈ ਹੋਇਆ ਪਿਆ ਅਤੇ ਇਸ ਕਰਕੇ ਤੁਸੀਂ ਹੌਸਪੀਟਲ ਜਾਓ ਇੱਕਦਮ। ਉਹ ਫਿਰ ਹੌਸਪੀਟਲ ਗਏ ਸਰਕਾਰੀ ਅਤੇ ਉੱਥੇ ਉਹਨਾਂ ਦਾ ਇਲਾਜ ਹੋਇਆ ਅਤੇ ਉਹਨਾਂ ਨੇ ਬਾਅਦ 'ਚ ਮੈਨੂੰ ਦੱਸਿਆ ਵੀ ਮੈਂ ਬਹੁਤ ਦਿਨਾਂ ਤੋਂ ਕਾੜੇ ਪੀ ਰਿਹਾ ਸੀਗਾ ਅਤੇ ਉਹਦੇ ਨਾਲ ਮੈਨੂੰ ਗਰਮੀ ਪੈ ਗਈ ਅਤੇ ਜਿਹਦੇ ਕਰਕੇ ਮੈਨੂੰ ਇਹ ਪ੍ਰੋਬਲਮ ਆਈ ਆ ਵੀ ਮੇਰਾ BP ਹਾਈ ਹੋ ਗਿਆ। ਇਸ ਕਰਕੇ ਹਰ ਇੱਕ ਚੀਜ਼ ਜਿਹੜੀ ਫਾਇਦਾ ਵੀ ਦਿੰਦੀ ਆ ਉਹਦੇ ਨੁਕਸਾਨ ਵੀ ਹੈਗੇ ਆ। ਕੋਈ ਵੀ ਪ੍ਰੋਡਕਟ ਹੈਗਾ ਉਹਨੂੰ ਇਸਤੇਮਾਲ ਬਿਨਾਂ ਡਾਕਟਰ ਦੀ ਸਲਾਹ ਤੋਂ ਨਾ ਕਰੋ। ਜਿਹੜੇ ਕਈ ਕਹਿ ਦਿੰਦੇ ਆ ਇਹਨਾਂ 'ਚ ਸਾਲਟ ਬਹੁਤ ਹੈਗੇ ਆ, ਜੇ ਤੁਹਾਨੂੰ BP ਦਾ ਰੋਗ ਹੈਗਾ ਜਾਂ ਤੁਹਾਨੂੰ ਕਿਡਨੀਆਂ ਦੀ ਪ੍ਰੋਬਲਮ ਹੈ, ਉਹ ਸਾਲਟ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦੇ ਆ, ਫਾਇਦੇ ਦੀ ਬਜਾਏ ਨੁਕਸਾਨਦਾਇਕ ਹੋ ਸਕਦੇ ਆ। ਇਸੇ ਤਰ੍ਹਾਂ ਜਿਹੜੇ ਪ੍ਰੋਟੀਨ ਦੇ ਪ੍ਰੋਡਕਟ ਬਹੁਤ ਲੋਕ ਇਸਤੇਮਾਲ ਕਰਦੇ ਆ, ਜੇ ਤੁਹਾਨੂੰ ਕਿਡਨੀਆਂ ਦੀ ਪ੍ਰੋਬਲਮ ਹੈ ਤਾਂ ਤੁਹਾਡੇ ਲਈ ਉਹ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੇ ਆ। ਇਸ ਕਰਕੇ ਕੋਈ ਵੀ ਚੀਜ਼ ਹੈ ਉਹਨੂੰ ਇਸਤੇਮਾਲ ਕਰਨੇ ਤੋਂ ਪਹਿਲਾਂ ਆਪਣੀ ਡਾਕਟਰ ਦੀ ਸਲਾਹ ਜ਼ਰੂਰ ਲਓ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਕਿ ਤੁਹਾਡੇ ਮਿੱਤਰ ਜਿਹੜੇ ਨੇ ਉਹ ਬਿਮਾਰ ਹੋਏ ਅਤੇ ਹੌਸਪੀਟਲ ਗਏ। ਹੋਮਿਓਪੈਥੀ ਇਲਾਜ ਪ੍ਰਣਾਲੀ ਬਹੁਤ ਬਿਹਤਰ ਇਲਾਜ ਪ੍ਰਣਾਲੀ ਜੇਕਰ ਹੈ ਅਤੇ ਹੌਸਪੀਟਲਸ ਜਿਹੜੇ ਨੇ ਖਾਸ ਕਰਕੇ ਬੈੱਡ ਦੀ ਸੁਵਿਧਾ ਜਾਂ ਐਮਰਜੈਂਸੀ ਜਿਹੜੇ ਗੰਭੀਰ ਮਰੀਜ਼ ਨੇ, ਕੋਈ ਐਕਸੀਡੈਂਟਲ ਕੇਸ ਹੈ, ਕਿਸੇ ਨੂੰ ਕੋਈ ਅਟੈਕ ਆਇਆ, ਉਸ ਦੇ ਨਾਲ ਨਜਿੱਠਣ ਦੇ ਲਈ ਹੋਮਿਓਪੈਥੀ ਦੇ ਵਿੱਚ ਅੱਜ ਤੱਕ ਹੌਸਪੀਟਲ ਕਿਉਂ ਨਹੀਂ, ਜਾਂ ਜੇਕਰ ਹੈ ਤਾਂ ਕੀ ਇਲਾਜ ਹੈ ਉਹਦੇ ਲਈ? ਦੇਖੋ, ਇਹ ਨਹੀਂ ਹੁੰਦਾ ਵੀ ਕੋਈ ਬੰਦਾ ਸਾਰੇ ਕੰਮ ਕਰ ਸਕਦਾ, ਜ਼ਰੂਰੀ ਨਹੀਂ ਹੁੰਦਾ। ਕੁਝ ਕੰਮ ਐਸੇ ਹੁੰਦੇ ਵੀ ਜਿਹੜੇ ਟੀਮ ਵਰਕ ਨਾਲ ਹੀ ਹੁੰਦੇ ਆ। ਇਹ ਸਾਰੀਆਂ ਪੈਥੀਆਂ ਨੇ ਰਲ ਕੇ ਅਸੀਂ ਲੋਕਾਂ ਦੀ ਸਿਹਤ ਠੀਕ ਕਰਨੀ ਆ। ਐਲੋਪੈਥੀ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੀ ਹੈ, ਆਯੁਰਵੈਦਿਕ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ, ਹੋਮਿਓਪੈਥੀ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੀ ਹੈ। ਹਰ ਇੱਕ ਜਿਹੜਾ ਨੇਚਰ ਵਾਲੇ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਆ। ਹਰ ਇੱਕ ਨੇ ਆਪਣੀ ਆਪਣੀ ਜਗ੍ਹਾ 'ਤੇ ਕੰਮ ਕਰਨਾ ਹੁੰਦਾ। ਜੋ ਉਹ ਕਰ ਸਕਦੇ ਆ ਉਹ ਦੂਸਰਾ ਨਹੀਂ ਕਰ ਸਕਦਾ। ਔਰ ਜੋ ਹੋਮਿਓਪੈਥੀ ਦਵਾਈਆਂ ਬਿਨਾਂ ਆਪਰੇਸ਼ਨ ਤੋਂ ਅਸੀਂ ਜਿਹੜਾ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਂਦੇ ਆ, ਜਿਵੇਂ ਰਸੌਲੀਆਂ ਹੋ ਗਈਆਂ, ਸਟੋਨਸ ਹੋ ਗਏ, ਗਾਲ ਬਲੈਡਰ ਦੇ ਸਟੋਨ ਤੱਕ ਜਿਹੜੇ ਆ ਹੋਮਿਓਪੈਥੀ ਦਵਾਈਆਂ ਨਾਲ ਆਰਾਮ ਨਾਲ ਨਿਕਲ ਜਾਂਦੇ ਆ ਔਰ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਨਿਕਲ ਗਏ। ਤੋ ਇਸ ਤਰੀਕੇ ਨਾਲ ਹਰ ਇੱਕ ਬੰਦਾ ਜਿਹੜਾ ਆ, ਹਰ ਇੱਕ ਜਿਹੜੀ ਪੈਥੀ ਆ ਉਹ ਆਪਣੀ ਆਪਣੀ ਜਗ੍ਹਾ ਵੈਲਿਊ ਰੱਖਦੀ ਹੈ। ਪਰ ਬਹੁਤ ਸਾਰੀਆਂ ਬਿਮਾਰੀਆਂ ਦੀ ਟੈਂਡੈਂਸੀ ਖਤਮ ਕਰਨੇ ਦਾ ਤਰੀਕਾ ਸਿਰਫ ਹੋਮਿਓਪੈਥੀ ਅਤੇ ਆਯੁਰਵੈਦਿਕ ਜਾਂ ਨੇਚਰੋਪੈਥੀ ਜਾਂ
ਐਲੋਪੈਥੀ ਟੈਂਡੈਂਸੀ ਖਤਮ ਕਰਨੇ ਦਾ ਜਿਹੜਾ ਨਾ ਉਹ ਨਹੀਂ ਆ, ਉਹ ਸਿੱਧਾ ਬਿਮਾਰੀ 'ਤੇ ਮਾਰ ਕਰਦੇ ਆ। ਔਰ ਉਹ ਜਿਹੜੀ ਆ ਮੌਕੇ ਦੇ ਉੱਤੇ ਫਿਰ ਉਹ ਵੀ ਸਾਡੇ ਬਹੁਤ ਕੰਮ ਆਉਂਦੀ ਆ। ਕਿਸੇ ਐਕਸੀਡੈਂਟ ਹੋ ਗਿਆ ਜਾਂ ਕੋਈ ਪ੍ਰੋਬਲਮ ਆ ਗਈ ਹੈ, ਸਭ ਤੋਂ ਪਹਿਲਾਂ ਬੰਦਾ ਹੌਸਪੀਟਲ ਹੀ ਜਾਂਦਾ ਅਤੇ ਉੱਥੇ ਐਮਰਜੈਂਸੀ ਇਲਾਜ ਕਰਵਾਉਂਦਾ। ਉਸ ਤੋਂ ਬਾਅਦ ਜਿਹੜਾ ਪਰਮਾਨੈਂਟ ਇਲਾਜ ਕਰਨ ਲਈ ਆਯੁਰਵੈਦਿਕ, ਨੇਚਰੋਪੈਥੀ ਜਾਂ ਹੋਮੋਪੈਥੀ ਜਾਂਦਾ। ਜੀ ਡਾਕਟਰ ਸਾਹਿਬ, ਹੁਣ ਜਿਹੜਾ ਡੇਂਗੂ ਦੇ ਮਰੀਜ਼ ਪਲੇਟਲੈਟਸ ਘਟਣ ਦੇ ਜਿਹੜੇ ਇਹਨਾਂ ਕੁ ਦਿਨਾਂ ਦੇ ਵਿੱਚ ਲੋਕਾਂ ਨੂੰ ਦਿੱਕਤ ਆਉਂਦੀ ਹੈ, ਇਹਦਾ ਕਾਰਨ ਲੋਕਾਂ ਨੂੰ ਇੰਨਾ ਕੁ ਪਤਾ ਕਿ ਮੱਛਰ ਤੋਂ ਫੈਲਦਾ ਹੈ, ਪਰ ਲੋਕਾਂ ਦੇ ਵਿੱਚ ਕਈ ਵਹਿਮ ਭਰਮ ਭੁਲੇਖੇ ਵੀ ਨੇ ਕਿ ਦੁਪਹਿਰ ਨੂੰ ਮੱਛਰ ਲੜਦਾ ਹੈ, ਕਈ ਕਹਿੰਦੇ ਸਵੇਰੇ ਸ਼ਾਮ ਦੇ ਸਮੇਂ ਲੜਦਾ ਹੈ, ਕਈ ਕਹਿੰਦੇ ਜੀ ਰਾਤ ਨੂੰ ਲੜਦਾ, ਕੋਈ ਕਹਿੰਦਾ ਜੀ ਚਿੱਟੇ ਕਾਲੇ ਰੰਗ ਦਾ ਮੱਛਰ ਹੁੰਦਾ। ਇਸ ਤਰ੍ਹਾਂ ਦੀਆਂ ਕਈ ਅਫਵਾਹਾਂ ਹੈਗੀਆਂ ਆ। ਬਹੁਤ ਲੋਕ ਇਹਦੇ ਬਾਰੇ ਜਾਣਕਾਰੀ ਰੱਖਦੇ ਵੀ ਨੇ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸਣਾ ਚਾਹਾਂਗੇ ਤੁਹਾਡੇ ਮਾਧਿਅਮ ਦੇ ਨਾਲ ਇਹ ਕਿਵੇਂ ਫੈਲਦਾ, ਕੀ ਲੱਛਣ ਨੇ ਤੇ ਇਲਾਜ ਕੀ ਹੈ ਹੋਮਿਓਪੈਥੀ ਦੇ ਵਿੱਚ। ਇਹ ਜਿਹੜਾ ਡੇਂਗੂ ਹੈਗਾ, ਇਹ ਐਡੀਜ਼ ਐਜਿਪਟਾਈ ਨਾਂ ਦਾ ਮੱਛਰ ਹੈ ਜਿਹਦੇ ਕਾਰਨ ਫੈਲਦਾ। ਔਰ ਇਹ ਜਿਹੜਾ ਆ ਮੱਛਰ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਔਰ ਦਿਨ ਦੇ ਸਮੇਂ ਲੜਦਾ। ਔਰ ਉਸ ਵੇਲੇ ਅਸੀਂ ਕੋਈ ਪਾਰਕ ਦੇ ਵਿੱਚ ਸੈਰ ਕਰ ਰਿਹਾ ਸਵੇਰ ਨੂੰ ਜਾਂ ਕਿਤੇ ਸ਼ਾਮ ਨੂੰ, ਅਤੇ ਦੁਪਹਿਰ ਨੂੰ ਵੀ ਕਈ ਵਾਰੀ ਸਾਡੇ ਅਸੀਂ ਘਰਾਂ ਦੇ ਵਿੱਚ ਬੈਠੇ ਹਾਂ ਅਤੇ ਸਾਡੀਆਂ ਲੱਤਾਂ ਦੇ ਉੱਤੇ ਮੱਛਰ ਜਿਹੜਾ ਲੜ ਰਿਹਾ ਹੁੰਦਾ, ਬਰੀਕ ਬਰੀਕ ਸਾਈਜ਼ ਦਾ। ਔਰ ਉਹ ਜਿਹੜਾ ਹੈ ਉਹ ਡੇਂਗੂ ਫੈਲਾਉਣ ਵਾਲਾ ਮੱਛਰ ਹੈ। ਅਤੇ ਉਹ ਕਿਸੇ ਵੇਲੇ ਵੀ ਦਿਨ ਦੇ ਸਮੇਂ, ਰਾਤ ਨੂੰ ਨਹੀਂ ਲੜਦਾ, ਉਹ ਦਿਨ ਦੇ ਸਮੇਂ ਲੜਦਾ। ਅਤੇ ਇਹਦਾ ਸਮਾਧਾਨ ਆਪਾਂ ਇਹ ਕਰ ਸਕਦੇ ਹਾਂ ਵੀ ਜਿਨ੍ਹਾਂ ਜਗ੍ਹਾ ਦੇ ਉੱਤੇ ਪਾਣੀ ਖੜਾ ਹੈਗਾ ਆ ਕਿਤੇ ਸਾਫ਼ ਪਾਣੀ, ਉਹਦਾ ਅਸੀਂ ਕੋਈ ਨਾ ਕੋਈ ਸਮਾਧਾਨ ਕਰੀਏ ਉੱਥੋਂ। ਠੀਕ ਹੈ ਜੀ। ਕੂਲਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਹ ਪੈਦਾ ਹੁੰਦਾ, ਅਤੇ ਕਿਤੇ ਪਾਣੀ ਹੋਰ ਕਿਸੇ ਜਗ੍ਹਾ ਦੇ ਉੱਤੇ ਆ, ਏਸੀ ਦੇ ਥੱਲੇ ਵੀ ਕਈ ਵਾਰ ਬਾਲਟੀ ਰੱਖੀ ਉਸ ਪਾਣੀ ਦੇ ਵਿੱਚ ਵੀ ਪੈਦਾ ਹੋ ਜਾਂਦਾ। ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ। ਫਰਿੱਜ ਦੇ ਥੱਲੇ ਕਈ ਵਾਰ ਪਾਣੀ ਡੱਬੀ ਦੇ ਵਿੱਚ ਪਿਆ ਹੁੰਦਾ, ਉਹਦੇ ਵਿੱਚ ਵੀ ਇਹ ਮੱਛਰ ਪੈਦਾ ਹੋ ਜਾਂਦਾ। ਅਤੇ ਇਹ ਮੱਛਰ ਅਸੀਂ ਪੈਦਾ ਹੀ ਨਾ ਹੋਣ ਦਈਏ। ਦੂਸਰੇ ਨੰਬਰ 'ਤੇ ਆਉਂਦਾ ਮੱਛਰ ਲੜਨ ਹੀ ਨਾ ਦਈਏ। ਤਾਂ ਉਹਦੇ ਲਈ ਅਸੀਂ ਜਦੋਂ ਵੀ ਸੈਰ ਸੂਰ ਕਰਨ ਜਾਂਦੇ ਹਾਂ ਆਪਣਾ ਪੂਰਾ ਤਨ ਢੱਕ ਕੇ ਜਾਇਆ ਕਰੀਏ ਤਾਂ ਕਿ ਮੱਛਰ ਲੜ ਨਾ ਸਕੇ। ਤੀਸਰੇ ਨੰਬਰ 'ਤੇ ਵੀ ਜੇਕਰ ਬਿਮਾਰੀ ਹੋ ਜਾਂਦੀ ਆ ਅਤੇ ਬਿਮਾਰੀ ਜਿਹੜੀ ਹੈ ਇਹਦੇ ਵਿੱਚ ਦਰਦਾਂ ਬਹੁਤ ਹੁੰਦੀਆਂ, ਠੰਡ ਲੱਗਦੀ ਆ, ਕੰਬਣੀ ਛਿੜਦੀ ਆ, ਸਿਰ ਦਰਦ ਬਹੁਤ ਜ਼ੋਰ ਦੀ ਹੁੰਦਾ। ਇਹ ਹੱਡੀ ਤੋੜ ਬੁਖਾਰ ਇਹਨੂੰ ਕਿਹਾ ਜਾਂਦਾ, ਬ੍ਰੇਕ ਬੋਨ ਫੀਵਰ, ਕਿਉਂਕਿ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ। ਅਤੇ ਇਹਦੇ ਨਾਲ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਗੱਲ ਇਹ ਹੁੰਦੀ ਹੈ, ਇਹਦੇ ਨਾਲ ਬਲੱਡ ਦੇ ਵਿੱਚੋਂ ਪਲੇਟਲੈਟ ਸੈੱਲਸ ਘਟ ਜਾਂਦੇ ਆ। ਪਲੇਟਲੈਟ ਸੈੱਲਸ ਘਟਣ ਦੇ ਨਾਲ ਬੰਦੇ ਦੇ ਵਿੱਚ ਕਿਤੇ ਵੀ ਬਲੀਡਿੰਗ ਹੋ ਜਾਏ ਤਾਂ ਉਹ ਬੰਦ ਨਹੀਂ ਹੁੰਦੀ, ਬਹੁਤ ਵਾਰੀ ਇੰਟਰਨਲ ਬਲੀਡਿੰਗ ਹੁੰਦੀ ਹੈ। ਕੱਲ੍ਹ ਵੀ ਪੇਸ਼ੈਂਟ ਆਏ ਆ ਸਾਡੇ ਕੋਲ ਜਿਨ੍ਹਾਂ ਦੇ ਯੂਰਨ ਦੇ ਵਿੱਚ ਬਲੱਡ ਆ ਰਿਹਾ ਸੀ ਔਰ ਉਹਨਾਂ ਦੇ 10,000 ਜਿਹੜੇ ਆ ਪਲੇਟਲੈਟਸ ਰਹਿ ਗਏ ਸੀਗੇ। ਇਸ ਤਰ੍ਹਾਂ ਦੇ ਕਈ ਪੇਸ਼ੈਂਟ ਸਾਨੂੰ ਮਿਲਦੇ ਆ ਔਰ ਜਿਹੜੇ ਕਿ ਦਵਾਈ ਲੈਣ ਦੇ ਨਾਲ ਉਹ ਠੀਕ ਹੋ ਜਾਂਦੇ। ਹੋਮਿਓਪੈਥੀ ਦਵਾਈਆਂ ਜਿਹੜੀਆਂ ਇਹਦੇ ਲਈ ਬਹੁਤ ਹੀ ਵਧੀਆ ਕਾਰਗਰ ਸਾਬਤ ਹੋਈਆਂ। ਡਾਕਟਰ ਸਾਹਿਬ, ਜੇਕਰ ਮਰੀਜ਼ ਦੇਖ ਰਹੇ ਨੇ ਇਸ ਵਕਤ ਕੋਈ ਕਿਸੇ ਨੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਣ ਤੁਹਾਡੇ ਕੋਲ ਆਉਣਾ ਤਾਂ ਤੁਹਾਡੀ ਕਲੀਨਿਕ ਦਾ ਪ੍ਰੋਪਰ ਐਡਰੈਸ ਕੀ ਆ ਤਾਂ ਕਿ ਉਹ ਸੁਖਾਲੇ ਜਿਹੜੇ ਤੁਹਾਡੀ ਕਲੀਨਿਕ ਤੱਕ ਪਹੁੰਚ ਸਕਣ ਅਤੇ ਆਪਣਾ ਇਲਾਜ ਕਰਵਾ ਸਕਣ? ਇਹ ਓਬਰਾਏ ਹੋਮਿਓਪੈਥਿਕ ਸਟੋਰ ਹੈਗਾ ਜੀ। ਜੇਕਰ ਨੈੱਟ ਦੇ ਉੱਤੇ ਤੁਸੀਂ ਗੂਗਲ 'ਤੇ ਪਾਓਗੇ ਤਾਂ 4-5 ਸੰਸਥਾਵਾਂ ਨੇ ਸਾਡਾ ਪੂਰਾ ਐਡਰੈਸ ਔਰ ਬਕਾਇਦਾ ਉਹਨਾਂ ਨੇ ਪਾਇਆ, ਲੋਕੇਸ਼ਨ ਵੀ ਪਾਈ ਹੋਈ ਆ। ਔਰ ਇਹ ਹੁਸ਼ਿਆਰਪੁਰ ਗੈਸ ਸਰਵਿਸ ਜਿਹੜੀ ਗਲੀ ਆ ਉਹਦੇ ਵਿੱਚ ਸਾਡਾ ਹੋਮਿਓਪੈਥਿਕ ਸਟੋਰ ਆ, ਜਿਹੜਾ ਕਿ ਸਿਵਲ ਹਸਪੀਟਲ ਰੋਡ ਦੇ ਉੱਤੇ ਪੈਂਦਾ, ਨੇੜੇ ਪ੍ਰਭਾਤ ਚੌਂਕ। ਇਹ ਹਰਜਿੰਦਰ ਸਿੰਘ ਓਬਰਾਏ ਹੋਣਾ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਕੋਵਿਡ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਅਫਵਾਹਾਂ ਜਿਹੜੀਆਂ ਨੇ ਉਹਨਾਂ 'ਤੇ ਯਕੀਨ ਨਾ ਕੀਤਾ ਜਾਵੇ। ਦਵਾਈਆਂ ਜਿਹੜੀਆਂ ਨੇ ਦਾਅਵਾ ਕੀਤਾ ਜਾਂਦਾ ਕਿ ਇਸ ਦੇ ਨਾਲ ਕੋਵਿਡ ਠੀਕ ਹੁੰਦਾ ਹੈ, ਉਹਨਾਂ 'ਤੇ ਬਿਲਕੁਲ ਵੀ ਭਰੋਸਾ ਨਾ ਕੀਤਾ ਜਾਵੇ। ਬਾਜ਼ਾਰ ਵਿੱਚ ਮਿਲ ਰਹੇ ਜਿਹੜੇ ਪ੍ਰੋਡਕਟਸ ਨੇ ਜ਼ਰੂਰੀ ਨਹੀਂ ਕਿ ਉਹ ਪ੍ਰੋਡਕਟਸ ਜਿਹੜੇ ਨੇ ਉਹ ਫਾਇਦਾ ਹੀ ਕਰਨ। ਜੇਕਰ ਤੁਸੀਂ ਡਾਕਟਰੀ ਸਲਾਹ ਤੋਂ ਬਗੈਰ ਉਹਨਾਂ ਪ੍ਰੋਡਕਟਸ ਦਾ ਸੇਵਨ ਕਰੋਗੇ, ਉਹਨਾਂ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਲਈ ਉਹ ਹਾਨੀਕਾਰਕ ਹੋ ਸਕਦੇ ਨੇ, ਘਾਤਕ ਹੋ ਸਕਦੇ ਨੇ, ਤੁਹਾਨੂੰ ਕਿਸੇ ਸਿਹਤ ਸੰਬੰਧੀ ਮੁਸੀਬਤ ਵਿੱਚ ਪਾ ਸਕਦੇ ਨੇ। ਕਾੜੇ ਜਿਹੜੇ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਲੋੜ ਪੈਣ 'ਤੇ ਡਾਕਟਰੀ ਸਲਾਹ ਦੇ ਨਾਲ ਹੀ ਲਿਆ ਜਾਵੇ। ਇਸ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਅੱਖਾਂ ਬੰਦ ਕਰਕੇ ਧੜੇ ਨਾਲ ਪ੍ਰੋਡਕਟਸ ਨੂੰ ਵਰਤੀ ਜਾਣਾ ਅਤੇ ਉਸ ਤੋਂ ਬਾਅਦ ਇਹ ਰਿਜ਼ਲਟ ਦੀ ਉਡੀਕ ਕਰਨਾ ਕਿ ਇਮਿਊਨਿਟੀ ਸ਼ਾਇਦ ਜਿਹੜੀ ਹੈ ਉਹ ਠੀਕ ਹੋ ਜਾਏਗੀ। ਇਮਿਊਨਿਟੀ ਵਧਣ ਦਾ ਕੋਈ ਅਲਾਰਮ ਨਹੀਂ ਵੱਜਦਾ, ਸਿਰਫ ਡਾਕਟਰੀ ਸਲਾਹ ਦੇ ਨਾਲ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਪੈਥੀ ਵੀ ਉਹਨਾਂ ਨੇ ਦੱਸਿਆ ਕਿ ਕੋਈ ਵੀ ਪੈਥੀ ਮਾੜੀ ਨਹੀਂ ਹੈ, ਤੁਸੀਂ ਇਲਾਜ ਕਰਵਾਉਣਾ ਹੈ ਭਰੋਸਾ ਕਰਕੇ ਕਿਸੇ ਵੀ ਪੈਥੀ ਵਿੱਚ ਜਾ ਕੇ ਤੁਸੀਂ ਇਲਾਜ ਕਰਵਾ ਸਕਦੇ ਹੋ। ਪਰ ਜੇਕਰ ਤੁਸੀਂ ਪੱਕੇ ਤੌਰ ਦੇ ਉੱਤੇ ਠੀਕ ਹੋਣਾ ਚਾਹੁੰਦੇ ਹੋ
ਤਾਂ ਸਭ ਤੋਂ ਪਹਿਲਾਂ ਤੁਹਾਨੂੰ ਭਰੋਸਾ ਤੇ ਯਕੀਨ ਹੋਣਾ ਚਾਹੀਦਾ ਹੈ। ਜਿਹੜੀ ਵੀ ਪੈਥੀ ਦੇ ਵਿੱਚ ਤੁਸੀਂ ਇਲਾਜ ਕਰਵਾਉਣ ਜਾਵੋ ਤਾਂ ਜੇਕਰ ਤੁਸੀਂ ਓਬਰਾਏ ਸਾਹਿਬ ਕੋਲੋਂ, ਡਾਕਟਰ ਓਬਰਾਏ ਜੀ ਕੋਲੋਂ ਇਲਾਜ ਕਰਵਾਉਣਾ ਚਾਹੁੰਦੇ ਹੋ, ਹੋਮਿਓਪੈਥੀ ਦਾ ਜੇ ਇਲਾਜ ਪ੍ਰਣਾਲੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਉਹਦੇ ਵਿੱਚ ਕਿੰਨਾ ਕੁ ਦਮ ਹੈ, ਤਾਂ ਤੁਸੀਂ ਪ੍ਰਭਾਤ ਚੌਂਕ ਦੇ ਨੇੜੇ ਜਿਹੜਾ ਉਹਨਾਂ ਨੇ ਐਡਰੈਸ ਦੱਸਿਆ ਉਸ 'ਤੇ ਪਹੁੰਚ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਿਹੜਾ ਆ ਪਤਾ ਸਾਡੀ ਤਕਨੀਕੀ ਜਿਹੜੀ ਟੀਮ ਹੈ ਉਹ ਵੀ ਨਾਲ ਦੀ ਨਾਲ ਹੇਠਾਂ ਤੁਹਾਨੂੰ ਦੱਸ ਸਕੇ। ਫਿਲਹਾਲ ਦੇ ਲਈ ਕੈਮਰਾ ਪਰਸਨ ਚੇਤਨ ਸਿੰਘ ਸਲੇਮਪੁਰ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਤਾਜ਼ਾ ਅਪਡੇਟਸ ਦੇ ਲਈ, ਖਬਰਾਂ ਦੇ ਲਈ, ਜਾਣਕਾਰੀਆਂ ਦੇ ਲਈ, ਚੰਗੀਆਂ ਵੀਡੀਓਜ਼ ਦੇ ਲਈ ਤੁਸੀਂ ਇਸ ਪੇਜ ਨੂੰ ਜੇਕਰ ਲਾਈਕ ਤੇ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਲਾਈਕ ਤੇ ਸਬਸਕ੍ਰਾਈਬ ਜਿਹੜਾ ਆ ਬਟਨ ਜ਼ਰੂਰ ਦਬਾ ਲੈਣਾ। ਫਿਰ ਮਿਲਾਂਗੇ। ਧੰਨਵਾਦ, ਸ਼ੁਕਰੀਆ।